ਤਿਨ ਵੇਦੀਆਂ ਕੀ ਕੁਲ ਵੇਖੇ, ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦਏ, ਜੈ ਤੈ ਭਏ ਸਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸਾਹਿਬ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਦੇ ਨਾਂ 'ਤੇ ਇਹ ਵਿਦਿਆ ਮੰਦਰ ਹੈ, ਕਲਗੀਧਰ ਅਕੈਡਮੀ। ਬੜੀ ਖੁਸ਼ੀ ਦੀ ਬਾਤ ਹੈ ਕਿ ਸਿੱਖ ਜਗਤ ਦੇ ਬਾਨੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਏ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਇੱਕ ਉਹ ਰਸਤਾ ਹਿੰਦੂ ਤੁਰਕਨ 'ਤੇ ਜੋ ਨਿਆਰਾ ਵੱਖਰੇਪਣ ਵਾਲਾ, ਵੱਖਰੀ ਪਹਿਚਾਣ ਵਾਲਾ ਉਸ ਇਨਸਾਨ ਦਾ ਨਿਰਮਾਣ ਕੀਤਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ 552ਵਾਂ ਪ੍ਰਕਾਸ਼ ਉਤਸਵ ਗੁਰਪੁਰਬ ਕਲਗੀਧਰ ਅਕੈਡਮੀ ਦੇ ਮੁੱਖ ਅਧਿਆਪਕ ਔਰ ਅਧਿਆਪਕ, ਇਸ ਅਕੈਡਮੀ ਦੇ ਮੈਨੇਜਰ ਸਰਦਾਰ ਲਖਵੀਰ ਸਿੰਘ ਤੇ ਸਮੂਹ ਸਟਾਫ ਔਰ ਨਿੱਕੇ ਬੱਚਿਆਂ ਤੋਂ ਲੈ ਕੇ ਵੱਡੀ ਕਲਾਸਾਂ ਤੱਕ ਦੇ ਬੱਚੇ, ਜੋ ਵੀ ਸ਼ਰਧਾ ਪ੍ਰੇਮ ਦੇ ਸਹਿਤ ਗੁਰਪੁਰਬ ਮਨਾਉਣ ਵਾਸਤੇ, ਪਿਆਰ ਦੇ ਸਹਿਤ ਆਪ ਜੀ ਜੁੜੇ ਹੋ। ਬੱਚਿਆਂ ਦੀ ਰਸਨਾ ਤੋਂ ਬਹੁਤ ਰਸ ਭਿੰਨਾ ਕੀਰਤਨ, ਬੱਚਿਆਂ ਦੀ ਮਿਹਨਤ, ਉਹਨਾਂ ਦੀ ਆਵਾਜ਼ ਅਤੇ ਸੰਗੀਤ ਕਲਾ ਦੇ ਸਮਿਲਤ ਭਾਵ ਪ੍ਰਗਟ ਕਰ ਰਹੀ ਸੀ ਕਿ ਬੱਚਿਆਂ ਨੇ ਮਿਹਨਤ ਕੀਤੀ। ਗੁਰੂ ਕਿਰਪਾ ਕਰੇ, ਬਹੁਤ ਸਾਰੇ ਲੰਮੇ ਸਮੇਂ ਤੋਂ ਹੀ ਮੈਂ ਤੁਹਾਡੇ ਨਾਲ ਸ਼ਬਦਾਂ ਦੀ ਸਾਂਝ ਨਹੀਂ ਪਾ ਸਕਿਆ। ਉਹਦਾ ਵੱਡਾ ਕਾਰਨ ਇਹ ਹੈ ਵੀ ਕੁਝ ਤਾਂ ਪਿੱਛੇ ਸਮਾਂ ਹੀ ਇਹੋ ਜਿਹਾ ਚੱਲ ਰਿਹਾ ਸੀ ਜਿਹਦੇ ਵਿੱਚ ਪੂਰੇ ਸੰਸਾਰ ਦਾ ਮਨੁੱਖ ਇੱਕ ਵਿਪਤਾ 'ਚ ਫਸਿਆ ਹੋਇਆ ਸੀ। ਇੱਕ ਬਿਮਾਰੀ ਨੇ ਗ੍ਰਸ ਲਿਆ ਸੀ, ਛੁਟਕਾਰਾ ਹੋਇਆ। ਇਹਦੇ ਨਾਲ ਕਿ ਜੋ ਜਥੇ ਦੇ ਅੰਦਰ 7ਵੀਂ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਹੈ, ਇਸ ਕਥਾ ਦਾ ਰੁਝਾਨ ਐਸਾ ਹੈ ਵੀ ਮੈਂ ਬਾਹਰ ਵਾਲਿਆਂ ਦੇ ਸੱਦਣ ਤੋਂ ਵੀ ਮੈਂ ਬਾਹਰ ਨਹੀਂ ਜਾ ਸਕਿਆ। ਉਹਨਾਂ ਨੂੰ ਬੇਨਤੀ ਕਰਨੀ ਪਈ ਹੈ ਵੀ ਕਥਾ ਸੰਪੂਰਨ ਹੋਣ ਤੋਂ ਬਾਅਦ ਹੀ ਜੈਸਾ ਗੁਰੂ ਦਾ ਹੁਕਮ ਹੋਏਗਾ। ਇਸ ਕਰਕੇ ਇਹ ਕੁਝ ਰੁਝਾਨ ਬਾਹਰ ਦੇ ਪ੍ਰੋਗਰਾਮ ਇੱਥੇ ਵੀ ਹਾਲਾਂਕਿ ਬਹੁਤ ਸੰਕੋਚ ਕੀਤਾ ਹੋਇਆ ਹੈ। 1430 ਅੰਗ ਗੁਰੂ ਗ੍ਰੰਥ ਸਾਹਿਬ ਦੇ ਨੇ, ਉਹਦੇ ਵਿੱਚੋਂ ਲਗਭਗ 100 ਅੰਗ ਰਹਿੰਦਾ ਹੈ। 1300 ਅੰਗ ਦੀ ਕਥਾ ਜਿਹੜੀ ਆ ਹੋ ਚੁੱਕੀ। ਅੱਜ ਵੀ ਸਵੇਰੇ 4 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਥਾ ਦੇ ਹੋਏ ਹੈ। ਔਰ ਇਹ ਸਾਰੀ ਕਥਾ ਜਿਹੜੀ ਹੈ ਪੂਰੇ ਸੰਸਾਰ ਦੇ ਕੋਨੇ-ਕੋਨੇ ਸੁਣੀ ਜਾ ਰਹੀ ਹੈ। ਇਸ ਕਰਕੇ ਵੀ ਥੋੜ੍ਹਾ ਜਿਹਾ ਹੋਰ ਜ਼ਿਆਦਾ ਵੀ ਫਿਕਰ ਦੇ ਨਾਲ ਅੱਖਰ ਕਹਿਣੇ ਸੁਣਨੇ ਪੈਂਦੇ। ਅਤੇ ਸਰਦਾਰ ਲਖਵੀਰ ਸਿੰਘ ਜੀ ਦਾ ਫੋਨ ਗਿਆ। ਮੈਂ ਦੇਖਿਆ ਵੀ ਚਲੋ ਕੁਛ ਗੁੰਜਾਇਸ਼ ਹੈਗੀ ਹੈ। ਜੇ ਕੱਲ੍ਹ ਦਾ ਦਿਨ ਹੁੰਦਾ ਤਾਂ ਮੇਰੇ ਕੋਲ ਕੋਈ ਵਕਤ ਨਹੀਂ ਸੀ। ਅਤੇ ਮੈਨੂੰ ਬੜੀ ਖੁਸ਼ੀ ਹੋਈ ਹੈ। ਇਹ ਇੱਕ ਆਪਣਾ ਪਰਿਵਾਰ ਹੈ, ਇੱਕ ਉਹ ਪਰਿਵਾਰ ਹੈ ਜਿਹਦੇ ਵਿੱਚ ਬੱਚਿਓ ਤੁਸੀਂ ਜੰਮੇ ਪਲੇ ਹੋ,
ਜਿਸ ਪਰਿਵਾਰ ਦੇ ਵਿੱਚ ਤੁਸੀਂ ਹਰ ਰੋਜ਼ ਮਿਲਦੇ ਹੋ, ਪਰਿਵਾਰ ਦੇ ਵੱਲੋਂ ਸਨੇਹ ਤੁਹਾਨੂੰ ਮਿਲਦਾ ਹੈ, ਇੱਕ ਇਹ ਪਰਿਵਾਰ ਹੈ ਜਿੱਥੇ ਤੁਸੀਂ ਬੈਠੇ ਹੋ। ਇਹ ਬਹੁਤ ਵੱਡਾ ਪਰਿਵਾਰ ਹੈ। ਇਸ ਕਰਕੇ ਸਾਰੇ ਪਰਿਵਾਰ ਦੇ ਮੈਂਬਰ, ਭਾਵੇਂ ਕੋਈ ਕਲਗੀਧਰ ਅਕੈਡਮੀ ਦੀ ਝਾੜੂ ਬਰਦਾਰੂ ਦੀ ਸੇਵਾ ਕਿਉਂ ਨਹੀਂ ਕਰਦਾ, ਉਸ ਤੋਂ ਲੈ ਕੇ ਪ੍ਰਿੰਸੀਪਲ ਸਾਹਿਬ ਤੱਕ ਸਾਰੇ ਆਪਾਂ ਇਸ ਪਰਿਵਾਰ ਦੇ ਮੈਂਬਰ ਹਾਂ। ਸੋ ਬੱਚੇ, ਇੱਕ ਤਾਂ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣਾ ਵੀ ਜਿਹੜਾ ਤੁਸੀਂ ਆਪਣੇ ਅਧਿਆਪਕਾਂ ਦੇ ਆਖੇ ਲਾ ਕੇ ਫਤਿਹ ਦੇ ਵਿੱਚ ਤੁਸੀਂ ਬਹੁਤ ਤਰੱਕੀ ਕਰ ਲਈ ਹੈ। ਫਤਿਹ ਬੋਲਣ ਦੇ ਵਿੱਚ ਤੁਸੀਂ ਭਾਵੇਂ ਥੋੜ੍ਹੇ ਜਿਹੇ ਸ਼ਰਾਰਤੀ ਲਹਿਲੇ ਵਿੱਚ ਹੀ ਬੋਲੇ, ਤੁਸੀਂ ਇਹ ਫਤਿਹ ਦਾ ਜਿਹੜਾ ਉੱਤਰ ਦਿੰਦੇ ਹੋ। ਬੱਚੇ ਦਾ ਤਾਂ ਸੁਭਾਅ ਹੀ ਹੁੰਦਾ, ਇੰਨਾ ਕੁ ਤਾਂ ਹੱਕ ਹੀ ਹੈ ਬੱਚਿਆਂ ਦਾ, ਪਰ ਆਵਾਜ਼ ਤੁਹਾਡੀ ਬੜੀ ਬੁਲੰਦ ਹੈ। ਲੈ ਮੈਂ ਇੱਕ ਵਾਰੀ ਫਤਿਹ ਬੁਲਾਉਣਾ, ਬੇਟੀਓ ਤੁਹਾਡੇ ਕੰਨੀ ਦੀ ਆਵਾਜ਼ ਘੱਟ ਆਉਂਦੀ ਸੀ, ਇਹਨਾਂ ਕੰਨੀ ਤੇ ਜ਼ਿਆਦਾ ਆਉਂਦੀ ਸੀ, ਤੇ ਹੁਣ ਮੈਂ ਤਾਂ ਦੁਬਾਰੇ ਫਤਿਹ ਬੁਲਾਉਣ ਲੱਗਿਆ। ਤੇ ਆਵਾਜ਼ ਦੇ ਤੁਸੀਂ ਪਿੱਛੇ ਨਹੀਂ ਰਹਿਣਾ, ਕਿਸੇ ਗੱਲ 'ਚ ਵੀ ਪਿੱਛੇ ਨੂੰ ਹੈ। ਅੱਜ ਬੇਟੀਆਂ ਹਵਾਈ ਜਹਾਜ਼ ਚਲਾਉਣ ਲੱਗ ਗਈਆਂ ਨੇ, ਅੱਗੇ ਸਾਈਕਲ ਨਹੀਂ ਸੀ ਚਲਾ ਸਕਦੀਆਂ। ਇਸ ਕਰਕੇ ਤਕੜੀਆਂ ਹੋ। ਅੱਜ ਵੱਡੇ ਵੱਡੇ ਅਹੁਦਿਆਂ 'ਤੇ ਉਹ ਵੀ ਤੁਹਾਡੇ ਵਿੱਚੋਂ ਹੀ ਨੇ, ਜੋ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੱਕ ਦੇ ਅਹੁਦਿਆਂ 'ਤੇ ਗਈਆਂ। ਮਲੇਰਕੋਟਲੇ ਦੇ ਅੰਦਰ ਦੋ ਹੀ ਬੀਬੀਆਂ, ਇੱਕ SSP ਇੱਕ DC ਹੈ, ਦੋਨੇ ਮਿਲੀਆਂ ਸਵੇਰ ਨੂੰ। ਇਸ ਕਰਕੇ ਭਾਈ ਪਹਿਲਾਂ ਫਤਿਹ ਦੀ ਸਾਂਝ ਇੱਕ ਵਾਰੀ ਕਰੋ, ਫਿਰ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤੇ ਹੁਣ ਵੀ ਇਹ ਪਤਾ ਲੱਗਦਾ ਵੀ ਕਲਗੀਧਰ ਅਕੈਡਮੀ ਦੇ ਬੱਚੇ ਜਿਹੜੇ ਬੜੇ ਸੁਚੇਤ ਹੈ। ਗੁਰਪੁਰਬ ਜਿਹੜਾ ਹੈ, ਪੁਰਬ ਸ਼ਬਦ ਦੇ ਇੱਕ ਤਾਂ ਹੋ ਗਿਆ ਗੁਰ, ਇੱਕ ਹੋ ਗਿਆ ਪੁਰਬ। ਕੁਛ ਸ਼ਬਦ ਐਸੇ ਨੇ ਜਿਹੜੇ ਦੋ ਪਦਾਂ ਨੂੰ ਮੇਲ ਕੇ ਇੱਕ ਪਦ ਬਣਾਇਆ ਜਾਂਦਾ ਹੈ। ਜੇ ਤੁਹਾਡੇ ਘਰ ਦੇ ਤੁਹਾਨੂੰ ਪੁੱਛੋ ਵੀ ਤੁਸੀਂ ਗੁਰਪੁਰਬ ਮਨਾ ਕੇ ਆਏ ਹੋ, ਤੇ ਗੁਰਪੁਰਬ ਦੀ ਪਰਿਭਾਸ਼ਾ ਪੁੱਛ ਲਈ ਵੀ ਕੀ ਹੁੰਦੀ ਹੈ, ਤੇ ਤੁਸੀਂ ਦੱਸ ਨਾ ਸਕੋ, ਫਿਰ ਕੀ ਗੁਰਪੁਰਬ ਮਨਾਇਆ ਭਾਈ? ਗੁਰ ਜਮਾ ਪੁਰਬ, ਦੋ ਪਦ ਬਣ ਗਏ। ਗੁਰਪੁਰਬ ਇਕੱਠਾ ਪਦ ਇੱਕ ਵੀ ਹੈ, ਪਰ ਅਰਥ ਇਹਦੇ ਅਲੱਗ ਅਲੱਗ ਨੇ। ਕਿਉਂਕਿ ਸਾਡੇ ਜਿਹੜੇ ਪੁਰਾਤਨ ਰਿਸ਼ੀ ਮੁਨੀ ਹੋਏ ਆ ਬੱਚਿਓ, ਮੈਂ ਕੋਸ਼ਿਸ਼ ਕਰੂੰਗਾ ਵੀ ਜਿਹੜੀ ਗੱਲ ਤੁਸੀਂ ਜ਼ਿਆਦਾ ਵਧੀਆ ਸਮਝ ਸਕਦੇ ਹੋ, ਮੈਂ ਉਹੀ ਭਾਸ਼ਾ ਬੋਲਾਂ, ਉਹੀ ਸ਼ਬਦ ਪ੍ਰਯੋਗ ਕਰਾਂ। ਫਿਰ ਵੀ ਮੇਰੀ ਮਜਬੂਰੀ ਹੋਊਗੀ ਪ੍ਰਮਾਣ ਦੇਣ ਵਾਸਤੇ ਕੁਝ ਸ਼ਬਦ ਬੋਲਣੇ ਪੈਂਦੇ ਹੈ। ਪ੍ਰਾਚੀਨ ਸਮੇਂ ਦੇ ਵਿੱਚ ਰਿਸ਼ੀਆਂ ਮੁਨੀਆਂ ਨੇ ਇੱਕ ਵਿਧਾਨ ਬੰਨ੍ਹਿਆ ਸੀ ਵਿਆਖਿਆਕਾਰਾਂ ਵਾਸਤੇ। ਵਿਆਖਿਆਕਾਰ ਹੈ, ਭਾਵੇਂ ਉਹ ਕਿਸੇ ਗ੍ਰੰਥ ਦੀ ਵਿਆਖਿਆ ਕਰਦਾ ਹੈ, ਕਿਸੇ ਸ਼ਬਦ ਦੀ ਕਰਦਾ ਹੈ, ਉਹ ਵੇਦਾਂ ਦੀ ਕਰਦਾ ਹੈ, ਉਹ ਵਿਆਖਿਆ ਜਿਹੜੀ ਹੈ ਭਾਵੇਂ ਕਿਤਾਬਾਂ ਦੀ ਕਰਦਾ। ਇਹ ਸਾਰਿਆਂ ਵਿਧਾਨ ਇੱਕੋ ਹੀ ਹੈ। ਉਹਦੇ 'ਚ ਇੱਕੋ ਹੀ ਸੰਸਕ੍ਰਿਤ ਦੀ ਸੁਰਤੀ ਦੇ ਅੰਦਰ ਗੁੰਥਨ ਕੀਤਾ ਹੋਇਆ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸ਼ਬਦ ਦੇ ਅੰਦਰ 4 ਬੱਜਰ ਕਰੈਤਾਂ ਤੇ 5 ਕਕਾਰਾਂ ਦੀ ਗੱਲ ਫਾਰਸੀ ਦੇ ਇੱਕੋ ਹੀ ਸ਼ਬਦ ਵਿੱਚ ਕਹਿ ਦਿੱਤੀ ਹੈ। ਨਿਸ਼ਾਨੇ ਸਿੱਕੀ 5 ਹਰਫ, ਅਸ ਕਾਵ ਹਰਗਿਜ਼ ਨਾ ਵਾਸ, ਅਜੀ ਪੰਜਵਾਫ, ਕੜਾ ਕਾਰ ਦੋ ਕੱਛ ਕੰਗੇ ਬਿਦਾ ਬਿਲਾ ਕੇ ਛੇ ਤਸ ਜੁਮਲੇ ਨਿਸ਼ਾਂ, ਹਰਫ ਹਾਏ ਕਿਆ ਤਸਤ ਅਜੀਬੰਦ ਕਾਸ ਬਿਦਾਵੰਤ ਰਗਾਵਨ ਨ ਗੋਏ ਖਿਲਾਫ, ਹੁਕਾ ਹਜ਼ਾਮ ਤਹਲਾਲੋ ਹਰਾਮ ਬਾਰੀ ਸ਼ਹੀਨਾ ਕਰ ਦਰੂਸਿਆ ਫਾਂ। ਇਹ ਫਾਰਸੀ ਦੇ ਵਿੱਚ ਸਾਰੀਆਂ ਬੱਜਰ ਕਰੈਤਾਂ ਵੀ ਔਰ ਰਹਿਤਾਂ ਵੀ ਇੱਕੋ ਹੀ ਸ਼ਬਦ ਕਹਿ ਦਿੱਤੀ ਹੈ। ਤੁਸੀਂ ਰੋਜ਼ ਇਹੀ ਜਿਹੀ ਬੋਲੀ ਬੋਲਦੇ ਆ ਜਿਹੜੀ ਮੇਰੇ ਸਮਝ ਨਹੀਂ ਆਉਂਦੀ। ਕਦੇ ਕਦੇ ਮੈਨੂੰ ਮੌਕਾ ਮਿਲਦਾ ਮੈਂ ਵੀ ਇਸ ਤਰ੍ਹਾਂ ਦੀ ਬੋਲਣ ਜਿਹੜੇ ਤੁਹਾਡੇ ਸਮਝ ਨਹੀਂ ਆਉਂਦੀ, ਤੁਹਾਡੇ ਅਧਿਆਪਕਾਂ ਦੇ ਵੀ ਨਹੀਂ ਆਉਂਦੀ, ਉਹਦੇ ਅਰਥ ਕਰਨੇ ਪੈਂਦੇ ਆ। ਫਿਰ ਇਸ ਤਰ੍ਹਾਂ ਵਿਆਖਿਆਕਾਰ ਵਾਸਤੇ ਵਿਧਾਨ ਹੈ ਕਿ ਪਦ ਹੀ ਸਦਾ ਪਦਾਰਥ ਕਰ ਵਿਗ੍ਰਹਿ ਵਾਕੀ ਯੋਜਨਾ, ਅਖਿਉ ਪਿਓਤ ਸਮਾਧਾਨੰ ਖਟ ਬਿਨੋ ਵਿਆਖਿਅੰ ਸਿਮਰਤੰ। ਇਹਦੇ ਵਿੱਚ ਕੀ ਕਿਹਾ ਗਿਆ ਬੱਚਿਓ ਕਿ ਇਹ ਵਿਆਖਿਆਕਾਰ ਜਿਹੜੇ ਸ਼ਬਦ ਦੀ ਤੂੰ ਵਿਆਖਿਆ ਕਰਨੀ ਹੈ ਤਾਂ ਪਹਿਲਾਂ ਉਸ ਨੂੰ ਪਦਹੇ ਸ਼ਦਾ, ਉਸ ਨੂੰ ਪਦਛੇਦ ਕਰ ਲੈ। ਪਦਛੇਦ ਦਾ ਮਤਲਬ ਵੱਖਰਾ ਵੱਖਰਾ ਕਰ ਲੈ। ਜਿਵੇਂ ਆਪਣੇ ਗੁਰ ਤੇ ਪੁਰਬ ਨੂੰ ਵੱਖਰਾ ਵੱਖਰਾ ਕਰ ਲਿਆ।
ਇਹ ਵਿਧਾਨ ਦੇ ਮੁਤਾਬਕ ਹੈ। ਇਹ ਵੈਸੇ ਤਾਂ ਕਲਯੁਗ ਨੇ ਵਿਧਾਨ ਵਿਧੂਨ ਨਹੀਂ ਛੱਡਿਆ। ਮੇਰੀ ਇੱਕ ਗੱਲ ਯਾਦ ਆ ਗਈ, ਨਿਆਣਿਆਂ ਦੇ ਸਿਆਣਿਆਂ ਦੇ ਸੋਝੇ ਸਮਝਣ ਵਾਲੀ ਹੈ। ਚੰਡੀਗੜ੍ਹ ਤੇ 22 ਸੈਕਟਰ ਦਾ ਗੁਰਦੁਆਰਾ ਹੈ, 22D ਦਾ। ਉਹਦੇ ਵਿੱਚ ਇੱਕ ਗਿਆਨੀ ਕਥਾ ਕਰਦਾ ਸੀ। ਇਤਫਾਕੀਆ ਮੈਂ ਵੀ ਉੱਥੇ ਉਦੋਂ ਮੈਨੂੰ ਕਥਾ ਸੁਣਨ ਦਾ ਮੌਕਾ ਮਿਲ ਗਿਆ, ਮੈਂ ਵੀ ਬੈਠਾ ਸੀ। ਬਾਅਦ ਦੇ ਵਿੱਚ ਜਦੋਂ ਗਿਆਨੀ ਜੀ ਆ ਗਏ ਉੱਥੇ ਕਮਰੇ ਦੇ ਵਿੱਚ, ਅਤੇ ਉੱਥੇ ਇੱਕ DSP ਸੀ ਜਿਹੜਾ ਮੇਰੇ ਮਿਲਣ ਵਾਲਾ ਸੀ, ਬੜਾ ਗੁਰਮੁਖ ਸੀ, ਗੁਰਸਿੱਖੀ ਨਾਲ ਜੁੜਿਆ ਹੋਇਆ ਸੀ। ਉਹ ਮੈਨੂੰ ਬਹੁਤ ਦੇਰ ਦਾ ਤੰਗ ਕਰਦਾ ਸੀ ਵੀ ਮੇਰੇ ਘਰ ਆਓ, ਪਰ ਮੈਂ ਜਾ ਨਹੀਂ ਸਕਿਆ। ਉਦਣ ਮੇਰੇ ਕੋਲ ਟਾਈਮ ਸੀ, ਮੈਂ ਘਰ ਗਿਆ ਅਤੇ DSP ਸਾਹਿਬ ਹੈ ਨਹੀਂ ਸੀ, ਕਹਿੰਦੇ ਉਹ ਗੁਰਦੁਆਰੇ। ਉਹਦੇ ਕਰਕੇ ਮੈਂ ਉੱਥੇ ਗਿਆ, ਮੈਨੂੰ ਕਥਾ ਸੁਣਨ ਦੀ ਨਸੀਬ ਹੋ ਗਈ। ਜਿਹੜਾ ਘਰ ਦੇ ਵਿੱਚ ਨੌਜਵਾਨ ਮਿਲਿਆ, ਮੈਂ ਚਿਹਰੇ ਤੋਂ ਸਿਆਣ ਲਿਆ ਵੀ DSP ਦਾ ਇਹ ਬੇਟਾ ਹੈ। ਉਹ ਜਦੋਂ ਗਿਆਨੀ ਜੀ ਬੈਠੇ ਉੱਥੇ, DSP ਸਾਹਿਬ ਬੈਠੇ, ਮੈਂ ਕਿਹਾ ਵੀ ਮੈਂ ਆਪਣਾ ਵਚਨ ਪੂਰਾ ਕਰਤਾ, ਮੈਂ ਤੇਰੇ ਘਰ ਜਾ ਆਇਆ ਹਾਂ। ਕਹਿੰਦਾ ਓਹੋ, ਕਹਿੰਦਾ ਮੈਂ ਇੱਥੇ ਸੀ। ਮੈਂ ਕਿਹਾ ਕੋਈ ਨਹੀਂ, ਵਚਨ ਪੂਰਾ ਹੋ ਗਿਆ। ਮੈਂ ਕਿਹਾ DSP ਸਾਹਿਬ ਤੁਹਾਡੇ ਲੜਕੇ ਕਿੰਨੇ ਨੇ ਅਤੇ ਤੁਹਾਡੇ ਪੁੱਤਰ ਕਿੰਨੇ ਆ? ਕਹਿੰਦਾ ਹੈਂ? ਮੈਂ ਕਿਹਾ ਜੀ ਸਮਝ ਨਹੀਂ ਆਈ, ਮੈਂ ਫੇਰ ਬੋਲ ਦਿੰਦਾ। ਤੁਹਾਡੇ ਲੜਕੇ ਕਿੰਨੇ ਹੈ, ਤੁਹਾਡੇ ਮੁੰਡੇ ਕਿੰਨੇ ਹੈ, ਅਤੇ ਤੁਹਾਡੇ ਪੁੱਤਰ ਕਿੰਨੇ ਆ? ਉਹ ਜੀ DSP ਐਡੇ ਰੈਂਕ ਦਾ ਬੰਦਾ, ਅਤੇ ਉਹ ਪਜ਼ਲ ਜਾ ਹੋ ਗਿਆ। ਕਹਿੰਦਾ ਜੀ ਇਹ ਕੀ ਗੱਲ ਹੈ ਵੀ ਇਹ 2 ਹੁੰਦੇ ਨੇ? ਮੈਂ ਕਿਹਾ ਹਾਂ ਜੀ 2 ਹੁੰਦੇ। ਕਹਿੰਦਾ ਜੀ ਉਹ ਕਿਵੇਂ ਹੈ? ਮੈਂ ਕਿਹਾ ਮੈਨੂੰ ਤੇਰਾ ਮੁੰਡਾ ਮਿਲਿਆ ਸੀ, ਮੈਂ ਪੁੱਛਦਾ ਵੀ ਪੁੱਤਰ ਵੀ ਹੈਗਾ ਕੋਈ ਜਾਂ ਮੁੰਡੇ ਪੈਦਾ ਕਰੇ ਨੇ? ਉਹ ਫੇਰ ਸਮਝ ਤੋਂ ਬਾਹਰ ਹੋ ਗਈ ਉਹਦੇ ਗੱਲ ਨੇ। ਕਿਹਾ ਵੀ ਇਹ ਕਿਸ ਤਰ੍ਹਾਂ ਦੀ ਬਲਾ ਚਿੰਬੜ ਗਈ ਆ ਰੰਧਾਵੇ ਵਾਲਾ। ਮੈਂ ਕਿਹਾ ਗਿਆਨੀ ਜੀ ਤੁਸੀਂ ਦੱਸ ਦਿਓ ਵੀ ਇਹਦਾ ਫਰਕ ਕੀ ਹੁੰਦਾ। ਗਿਆਨੀ ਕਹਿੰਦਾ ਮੈਨੂੰ ਤਾਂ ਆਪ ਨਹੀਂ ਪਤਾ। ਮੈਂ ਕਿਹਾ ਤੇਰੀ ਪੱਟੀ ਮੇਸ ਵਜ੍ਹਾ ਹੈ, ਤੂੰ ਆਪਣੀ ਇੱਜ਼ਤ ਰੱਖਦਾ ਨਾਲੇ ਮੇਰੀ ਰੱਖਦਾ। ਇਹ ਕੀ ਕਹਿਣਗੇ ਵੀ ਨਿੱਕਾ ਜਿਹਾ ਸਵਾਲ ਸੀ ਉਹਦੇ ਉੱਤਰ ਨਹੀਂ ਦਿੱਤਾ। ਮੈਂ ਕਿਹਾ ਨਹੀਂ ਨਹੀਂ, ਇਹ ਨਹੀਂ ਗੱਲ ਆ ਵੀ ਗਿਆਨੀ ਜੀ ਨੂੰ ਤਾਂ ਆਉਂਦਾ ਹੈ ਇਹ। ਮੈਂ ਕਿਹਾ ਇਹਦੀ ਬੇਇੱਜ਼ਤੀ ਕਰਨਗੇ, ਕਹਿਣਗੇ ਕਿਹਾ ਜਾ ਗਿਆਨੀ ਹੈ, ਇੱਕ ਸ਼ਬਦ ਦਾ ਅਰਥ ਨਹੀਂ ਆਇਆ ਉਹਨੂੰ। ਮੈਂ ਕਿਹਾ ਇਹਨੂੰ ਸਾਰਾ ਕੁਛ ਆਉਂਦਾ, ਮੈਂ ਆਪਣੀ ਜ਼ਿੰਮੇਵਾਰੀ। ਮੈਂ ਕਿਹਾ ਇਹ ਮੇਰਾ ਸਤਿਕਾਰ ਕਰਦਾ ਵੀ ਬਾਬਾ ਜੀ ਉਹ ਦੱਸਣਗੇ। ਮੈਂ ਕਿਹਾ ਕਾਹਨੂੰ ਮਰਿਆ ਸਭ ਕਿਸੇ ਦੇ ਗਲ 'ਚ ਪਾਉਣਾ, ਆਪ ਹੀ ਪਾ ਲਓ। ਮੈਂ ਕਿਹਾ ਜੀ ਦੱਸਾਂ ਮੁੰਡਾ ਕਿਹੜਾ ਹੁੰਦਾ ਹੈ? ਕਹਿੰਦੇ ਹਾਂ। ਮੈਂ ਕਿਹਾ ਭਾਵੇਂ 80 ਵਰ੍ਹਿਆਂ ਦੀ ਉਮਰ ਦਾ ਹੋਵੇ, ਜਿਹਦਾ ਸਿਰ ਮੁੰਨਿਆ ਹੋਵੇ, ਉਹ ਮੁੰਡਾ ਹੁੰਦਾ ਹੈ। ਨਿੱਕਾ ਜਿਹਾ ਬੱਚਾ ਹੋਵੇ 3 ਸਾਲ ਦਾ, ਜਿਹਦਾ ਜੂੜਾ ਕਰਿਆ ਹੋਇਆ, ਉਹ ਪੁੱਤਰ ਹੁੰਦਾ, ਬੇਟਾ ਹੁੰਦਾ। ਮੁੰਡੇ ਦਾ ਮਤਲਬ ਹੈ ਮੁੰਨਿਆ ਹੋਇਆ। ਗੁਰਬਾਣੀ ਦੇ ਅਨੁਸਾਰ ਅਰਥ ਹੈ ਕਿ ਵੀ ਮਾਏ ਮੁੰਡੋ ਤੇ ਗੁਰੂ ਕੀ, ਜਿਹੜਾ ਮੁੰਨਿਆ ਹੋਵੇ ਉਹ ਮੁੰਡਾ ਹੁੰਦਾ। ਅਤੇ ਮੈਂ ਕਿਹਾ ਕਹਿੰਦੇ ਜੀ ਤੁਸੀਂ ਕਿਹੜੇ ਕਿਹੜੇ ਗ੍ਰੰਥ ਪੜ੍ਹੇ ਹੈ ਕਥਾ ਵਾਸਤੇ? ਕਹਿੰਦਾ ਜੀ ਕਥਾ ਸਿੱਖਣ ਵਾਸਤੇ ਗ੍ਰੰਥ ਵੀ ਪੜ੍ਹਨੇ ਪੈਂਦੇ ਨੇ। ਮੈਂ ਕਿਹਾ ਜੀ ਹੁਣ ਮੈਂ ਗਲਤ ਹੋਊਂਗਾ ਜੇ ਮੈਂ ਕੋਈ ਸਵਾਲ ਕਰਿਆ, ਤੁਸੀਂ ਆਪਣੀ ਥਾਂ 'ਤੇ ਬਿਲਕੁਲ ਦਰੁਸਤ ਹੋ। ਮੈਂ ਉੱਥੋਂ ਸਮਝ ਗਿਆ ਦੇਸ਼ ਕਾ ਭਰਿਆ ਹੋਵੇ ਖੀਰ ਦਾ 2 ਦਾਣੇ ਟੋਹ ਕੇ ਦੇਖ ਲਓ, ਪਤਾ ਲੱਗ ਜਾਂਦਾ। ਮੈਂ ਕਿਹਾ ਵੀ ਵਿੱਦਿਆ ਦਾ ਇੰਨਾ ਤਲ ਸਾਡਾ ਨੀਵਾਂ ਹੋ ਗਿਆ ਵੀ ਨਿੱਕੀ ਜਿਹੀ ਗੱਲ ਉਸ ਗਿਆਨੀ ਨੂੰ ਨਹੀਂ ਆਉਂਦੀ ਜਿਹੜਾ ਉੱਥੇ ਹੈੱਡ ਗ੍ਰੰਥੀ। ਸਾਰੀ ਜਗ੍ਹਾ ਪੂਰੀ ਕੀੜੀ ਫਿਰ ਗਈ। ਧਿਆਨ ਨਾਲ ਬੱਚਿਓ ਪੜ੍ਹੋਗੇ ਠੀਕ ਹੈ। ਵਿੱਦਿਆ ਦੀ ਕਦਰ ਕੀ ਹੈ ਮੈਨੂੰ ਪੁੱਛ ਕੇ ਦੇਖੋ, ਕਿਵੇਂ ਠੋਕਰਾਂ ਖਾ ਖਾ ਕੇ ਵਿੱਦਿਆ ਪੜ੍ਹੀ ਹੈ, ਕਿਵੇਂ ਇੱਕ ਵਿੱਦਿਆ ਦਾ ਕਣ ਕਣ ਇਕੱਠਾ ਕਰਿਆ। ਭਾਵੇਂ ਮੈਨੂੰ ਸੰਨਿਆਸੀਆਂ ਦੇ ਦੁਆਰੇ 'ਤੇ ਜਾਣਾ ਪਿਆ, ਮੈਂ ਸ਼ਰਮ ਨਹੀਂ ਕੀਤੀ। ਮੈਂ ਸੰਨਿਆਸੀਆਂ ਦੇ ਦੁਆਰੇ 'ਤੇ ਵੀ ਗਿਆ, ਉੱਥੋਂ ਵੀ ਕਣ ਕਣ ਇਕੱਠਾ ਕੀਤਾ। ਜਿੱਥੇ ਵਿੱਦਿਆ ਮਿਲੀ, ਜੇ ਮੇਰੇ ਅਧਿਆਪਕ ਨੇ ਕਹਿ ਦਿੱਤਾ ਵੀ ਮੈਂ ਦਿਨੇ ਨਹੀਂ ਪੜ੍ਹਾ ਸਕਦਾ, ਅਤੇ ਮੈਂ ਉਸ ਵੇਲੇ ਕਲਾਸ ਲਾਊਂਗਾ ਜਦੋਂ ਦੁਨੀਆ ਸੁੱਤੀ ਪਈ ਹੋਊਗੀ, ਤੇਰਾ ਸਕੂਲ ਲੱਗਿਆ ਹੋਏਗਾ, ਮੈਂ ਉੱਥੇ ਵੀ ਪਹੁੰਚਿਆ। ਪਰ ਜਦੋਂ ਮੈਂ ਹੁਣ ਦੇਖਦਾ ਵਿੱਦਿਆ ਪੜ੍ਹਨ ਵਾਲੇ ਜਿਹੜੇ ਵਿਦਿਆਰਥੀ ਹੈ, ਆਹ ਥੋੜ੍ਹੇ ਜਿਹੇ ਦਿਨ ਹੋ ਗਏ, ਇੱਕ ਮੇਰੇ ਕੋਲ ਆਇਆ ਵਿਦਿਆਰਥੀ, ਕਹਿੰਦਾ ਜੀ ਫੋਨ ਆਇਆ, ਕਹਿੰਦਾ ਜੀ ਮੈਂ ਪੜ੍ਹੂੰਗਾ। ਮੈਂ ਕਿਹਾ ਲੱਗਦਾ ਤਾਂ ਹੈ ਨਹੀਂ। ਕਹਿੰਦਾ ਨਾ ਜੀ ਪੜ੍ਹੂੰਗਾ। ਮੈਂ ਕਿਹਾ ਤੂੰ ਕਈ ਵਾਰੀ ਕਹਿ ਲਿਆ, ਕਈ ਵਾਰੀ ਆਇਆ, ਕਈ ਵਾਰ ਗਿਆ। ਕਹਿੰਦਾ ਹੁਣ ਨਹੀਂ, ਹੁਣ ਪੱਕਾ ਹੈ। ਮੈਂ ਕਿਹਾ ਪੱਕੀ ਗੱਲ ਹੈ? ਕਹਿੰਦਾ ਜੀ ਬਿਲਕੁਲ, ਮੈਂ ਠੋਕਰਾਂ ਬਹੁਤ ਖਾ ਲਈਆਂ। ਮੈਂ ਕਿਹਾ ਤੈਨੂੰ ਪਤਾ ਹੁਣ ਨੂੰ ਤੂੰ ਕਥਾਵਾਚਕ ਹੋਣਾ ਸੀ ਜੇ ਟਿਕਿਆ ਰਹਿੰਦਾ। ਚੱਲ ਚੰਗਾ ਆ ਜਾ ਭਾਈ, ਸਾਡਾ ਤਾਂ ਦਰਵਾਜ਼ਾ ਖੁੱਲ੍ਹਾ ਹੈ।
ਤੇ ਉਹਨੂੰ ਬੋਲੀ ਸੋਹਣੀ ਬੋਲਣੀ ਆਉਂਦੀ ਸੀ। ਕਹਿੰਦਾ ਮਹਾਰਾਜ ਜੀ ਮੇਰੇ ਵਾਸਤੇ ਕੀ ਹੁਕਮ ਹੈ? ਮੈਂ ਕਿਹਾ ਅੰਮ੍ਰਿਤ ਵੇਲੇ ਪਹਿਲਾਂ ਉੱਠਣਾ, ਫਿਰ ਕਲਾਸ 6 ਵਜੇ ਲੱਗਦੀ ਹੈ ਆਪਣੀ, ਉਸ ਵੇਲੇ ਆ ਜਾਣਾ ਕਲਾਸ 'ਚ, ਪੋਥੀ ਪ੍ਰਕਾਸ਼ ਹੋਊਗੀ, ਆ ਜੀ। ਕਹਿੰਦਾ ਜੀ ਠੀਕ ਹੈ। ਆ ਗਿਆ ਜੀ ਉਹ 6 ਵਜੇ। 1.5 ਘੰਟਾ ਜਦੋਂ ਐਂ ਬੈਠਣਾ ਪਿਆ ਵੀ ਨਾ ਗੋਡਾ ਖੜਾ ਕਰਨਾ, ਨਾਲਦਿਆਂ ਨੂੰ ਦੇਖੀ ਗਿਆ। ਇੱਕ ਤਾਂ ਉਹ ਮੋਟਾ ਜਿਹਾ ਜ਼ਿਆਦਾ ਸੀ ਉਹ, ਅਤੇ ਜਦ ਉਹਨੇ ਦੇਖਿਆ ਵੀ ਤਾਂ ਫਸ ਗਏ ਆ ਕੇ ਇੱਥੇ, ਤਾਂ ਵੀ ਹੁਣ ਨਿਕਲਣਾ ਕਿਵੇਂ ਹੈ? ਬੜਾ ਸੋਹਣਾ ਰਸਤਾ ਕੱਢਿਆ ਬੱਚਿਓ, ਤੁਸੀਂ ਇਸ ਤਰ੍ਹਾਂ ਦੇ ਰਸਤੇ ਜਾਣਦੇ ਹੋ, ਉਹਦਾ ਵੀ ਕੋਰਸ ਕਰਿਆ ਹੋਇਆ ਸੀ ਤੁਹਾਡੇ ਵਾਲਾ। ਮੈਨੂੰ ਕਹਿੰਦਾ ਬਾਬਾ ਜੀ ਇੱਕ ਬੇਨਤੀ ਹੈ। ਮੈਂ ਕਿਹਾ ਜੀ। ਕਹਿੰਦਾ ਜੀ ਮੇਰੀ ਅਖੇ ਮਾਸੀ ਮਰ ਗਈ, ਮੈਂ ਸੰਸਕਾਰ 'ਤੇ ਜਾਣਾ। ਮੈਂ ਕਿਹਾ ਭਾਈ ਲੋੜਾ ਹੋਇਆ, ਤੇਰੀ ਮਾਸੀ ਮਰ ਗਈ ਹੈ ਬਈ ਚਲੋ। ਜਦੋਂ ਚਲਿਆ ਗਿਆ ਮੁੜ ਕੇ ਫ਼ੋਨ ਚੱਕਣ 'ਤੇ ਹਟ ਗਿਆ। ਮੈਂ ਕਿਹਾ ਵੀ ਇਹ ਕੀ ਗੱਲ ਹੋ ਗਈ? ਮਾਸੀ ਦੇ ਖਾਨੇ ਅਸਥੀਆਂ ਪਾਉਣ ਚਲਿਆ ਗਿਆ। ਜਦ ਮੈਂ ਪਤਾ ਕੀਤਾ ਕਹਿੰਦੇ ਮਾਸੀ ਤਾਂ ਜਿਉਂਦੀ ਹੈ ਜੀ, ਮਾਸੀ ਤਾਂ ਕੋਈ ਨਹੀਂ ਮਰੀ। ਉਹ ਨਿਕਲ ਗਿਆ। ਹੁਣ ਤੱਕ ਜਾ ਕੇ ਚੰਡੀਗੜ੍ਹ ਸਿਰ ਕੱਢਿਆ ਉਹਨੇ। ਹੁਣ ਕੀ ਪੜ੍ਹ ਲੂਗਾ ਭਾਈ, ਕੋਈ ਕੀ ਪੜ੍ਹਾ ਦੂਗਾ ਇਹ ਜਾਨ? ਤੁਸੀਂ ਨਹੀਂ ਇਸ ਤਰ੍ਹਾਂ ਕਰਨਾ। ਬਹਾਨੇ ਲਾਓਗੇ, ਵਿਦਿਆ ਬਹਾਨੇ ਲਾਏਗੀ। ਵਿਦਿਆ ਦੀ ਕਦਰ ਕਰੋਗੇ, ਵਿਦਿਆ ਤੁਹਾਡੀ ਕਦਰ ਕਰਾਏਗੀ। ਜਿਸ ਗੁਰੂ ਨਾਨਕ ਦਾ ਪਾਵਨ ਇਹ ਦਿਹਾੜਾ ਹੈ, ਮੈਂ ਬਹੁਤੀ ਦੇਰ ਤੁਹਾਡੇ ਵਿੱਚ ਨਹੀਂ ਰਹਿ ਸਕੂੰਗਾ ਕਿਉਂਕਿ ਮੇਰੇ ਆਪਣੇ ਰੁਝਾਨ, ਪਰ ਕੁਝ ਗੱਲਾਂ ਜ਼ਰੂਰ ਕਰ ਲਈਏ। ਮਹਾਰਾਜ ਸਾਹਿਬ ਜੀ ਦੀ ਪਾਵਨ ਇੱਕ ਤੁਕ ਹੈ। ਪਹਿਲਾਂ ਤਾਂ ਗੱਲ ਵੀ ਗੁਰਪੁਰਬ ਦੀ ਗੱਲ ਆਪਾਂ ਵਿਚਾਲੇ ਨਾ ਛੱਡ ਦਈਏ। ਗੁਰ ਜਮਾ ਪੁਰਬ, ਗੁਰ ਤਾਂ ਗੁਰੂ ਸਾਹਿਬ, ਔਰ ਗੁਰੂ ਦੇ ਫਿਰ ਇਹ ਅੱਖਰਾਂ ਦੀ ਕਈ ਵਿਆਕਰਨ ਦੇ ਵਿੱਚ ਪਾੜ ਝੀੜ ਕਰਨੀ ਪੈਂਦੀ ਹੈ, ਫਿਰ ਅੱਖਰਾਂ ਦੇ ਵਿੱਚੋਂ ਅਰਥ ਨਿਕਲਦੇ ਆ। ਗੁਰ ਦਾ ਅਰਥ ਵੀ ਗੱਗਾ ਅਲੱਗ ਤੇ ਰਾਰਾ ਅਲੱਗ ਹੋਊਗਾ ਤਾਂ ਬਣਨਾ ਹੈ। ਗਾ ਦਾ ਅਰਥ ਹੈ ਅੰਧਕਾਰ, ਅਗਿਆਨ। ਗੋ ਨਾਮ ਅੰਧਕਾਰ ਦਾ ਹੈ ਸੰਸਕ੍ਰਿਤ ਵਿੱਚ। ਸੰਸਕ੍ਰਿਤ ਵਿੱਚ ਰੂ ਨਾਮ ਹੈ ਪ੍ਰਕਾਸ਼ ਦਾ। ਗੁਰੂ ਉਹ ਹਸਤੀ ਹੈ ਜੋ ਅਗਿਆਨਤਾ ਦੇ ਹਨੇਰੇ ਵਿੱਚ ਰੂ ਪ੍ਰਕਾਸ਼ ਕਰੇ, ਸੋ ਕੀਏ ਗੁਰੂ। ਗੋ ਅੰਧਕਾਰ, ਰੂ ਪ੍ਰਕਾਸ਼। ਤੇ ਪੁਰਬ, ਪੁਰਬ ਦਾ ਅਰਥ ਹੈ ਉਤਸਵ। ਗੁਰੂਆਂ ਦੇ ਨਾਲ ਕੋਈ ਅਜਿਹਾ ਦਿਹਾੜਾ ਜਿਹੜਾ ਉਤਸਵ ਰੱਖਦਾ ਹੈ, ਖੁਸ਼ੀਆਂ ਤੇ ਖੇੜੇ ਦਿੰਦਾ ਹੈ, ਤੇ ਅੱਜ ਭਾਈ ਗੁਰਪੁਰਬ ਹੈ। ਇਸ ਕਰਕੇ ਗੁਰਪੁਰਬ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ, ਵੀ ਮੈਂ ਬਹੁਤਾ ਜ਼ਿਆਦਾ ਲੰਮਾ ਨਾ ਇਤਿਹਾਸ ਸ਼ੁਰੂ ਕਰਾਂ, ਪਰ ਗੁਰੂ ਨਾਨਕ ਦੇ ਪੜਦਾਦੇ ਤੋਂ ਤਾਂ ਕਰਨਾ ਹੀ ਪਊਗਾ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਖਾਨਦਾਨ ਹੈ, ਗੁਰਬਾਣੀ 'ਚ ਇੱਕ ਸ਼ਬਦ ਆਉਂਦਾ ਹੈ ਜਿਹਦੇ ਵਿੱਚ ਕਿਹਾ ਗਿਆ ਹੈ, ਧੰਨ ਧੰਨ ਸੋ ਕੁਲ। ਉਹ ਕੁਲ ਧਨਤਾ ਦੇ ਯੋਗ ਹੈ, ਬੇਦੀਆਂ ਦੀ ਕੁਲ ਹੋ ਗਈ। ਜਿਸ ਕੁਲ ਦੇ ਵਿੱਚ ਬੇਦੀ ਵੰਸ਼ ਗੁਰੂ ਨਾਨਕ ਦੇਵ ਜੀ ਆਏ। ਧੰਨ ਧੰਨ ਸੋ ਕੁਲ, ਧੰਨ ਧੰਨ ਸੋ ਪਿਤਾ। ਹੁਣ ਇੱਕ ਧਨ ਦੇ ਉੱਤੇ ਟਿੱਪੀ ਲੱਗੀ ਹੈ, ਇੱਕ ਦੇ ਉੱਤੇ ਹੈ ਨਹੀਂ। ਸਾਨੂੰ ਇਹ ਸਾਰਾ ਖਿਆਲ ਰੱਖਣਾ ਪੈਂਦਾ ਹੈ ਵੀ ਕਿਹੜੇ ਦੇ ਉੱਤੇ ਟਿੱਪੀ ਆ ਉੱਥੇ ਟਿੱਪੀ ਬੋਲਣੀ ਹੈ, ਜਿੱਥੇ ਨਹੀਂ ਆ ਉੱਥੇ ਨਹੀਂ ਬੋਲਣੀ। ਜਿਵੇਂ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਤੁਹਾਨੂੰ ਸੰਤਾਂ 'ਚ ਦੱਸਿਆ ਹੋਊਗਾ ਇਹਨਾਂ ਨੇ ਜਿਹੜੇ ਪੜ੍ਹਾਉਂਦੇ ਆ, ਅਤੇ ਇੱਕ ਮਨ ਦੇ ਉੱਤੇ ਟਿੱਪੀ ਹੈ, ਇੱਕ ਮਨ ਦੇ ਉੱਤੇ ਟਿੱਪੀ ਨਹੀਂ। ਮੰਨੇ ਦੀ ਪੌੜੀ ਥੋੜ੍ਹੀ ਯਾਦ ਹੋਊ ਬੱਚੋ ਸਾਰਿਆਂ ਦੇ। ਜੇ ਕੋ ਮਨ ਜਾਣੈ ਮਨ ਕੋਏ, ਐਂ ਕਹਿਣਾ ਪਊਗਾ ਤਾਂ ਸੁਧ ਪਾਠ ਹੋਊਗਾ। ਜੇਕਰ ਜੇ ਕੋ ਮਨ ਜਾਣੈ ਮਨ ਕੋਏ, ਇਹ ਕੀ ਹੁੰਦਾ? ਫਿਰ ਉਹ ਟਿੱਪੀ ਰਹਿ ਗਈ। ਜੇ ਕੋ ਮਨ ਜਾਣੈ ਮਨ ਕੋਏ। ਤੋ ਇਸੇ ਤਰ੍ਹਾਂ ਇਹ ਪਾਠਾਂ ਦੇ ਭੇਦ ਹੁੰਦੇ ਆ। ਧੰਨ ਧੰਨ ਸੋ ਵੰਸ, ਧੰਨ ਧੰਨ ਸੋ ਪਿਤਾ, ਧੰਨ ਧੰਨ ਸੋ ਜਨਨੀ। ਜਿਨ ਗੁਰੂ ਜਣਿਆ ਮਾਏ, ਉਹ ਮਾਂ ਵੀ ਧੰਨਤਾ ਯੋਗ ਹੈ, ਮਾਤਾ ਤ੍ਰਿਪਤਾ ਜੀ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ। ਆਪ ਤਰਿਆ ਜਿਨ ਡੇਠਾ ਤੇ ਨਾ ਲਏ ਛਡਾਏ, ਉਹਨਾਂ ਨੂੰ ਵੀ ਸੰਸਾਰ ਤੋਂ ਛਡਾ ਲਿਆ। ਧੰਨ ਜਨਨੀ ਜਿਨ ਜਾਇਆ, ਤਨ ਪਿਤਾ ਪ੍ਰਧਾਨ। ਗੁਰੂ ਸਾਹਿਬ ਜੀ ਦੀ ਜਿਹੜੀ ਜੱਦੀ ਪਿੰਡ ਹੈ, ਇਹਦਾ ਵੀ ਦੋ ਥਾਂ 'ਤੇ ਕਲਪਨਾ ਕੀਤੀ ਜਾਂਦੀ ਹੈ। ਤਵਾਰੀਖ 'ਚ ਲਿਖਿਆ ਵੀ ਗੋਡੇ ਪਿੰਡ ਸੀ ਉਹਦਾ ਨਾਂ, ਪਾਕਿਸਤਾਨ 'ਚ ਰਹਿ ਗਿਆ ਉਹ। ਇੱਕ ਹੁਣ ਇੱਧਰ ਵੀ ਹਿੰਦੁਸਤਾਨ ਦੇ ਵਿੱਚ, ਉੱਥੇ ਵੀ ਇਤਿਹਾਸਕ
ਕੁਝ ਬੋਰਡ ਲਾ ਦਿੱਤੇ ਗਏ ਵੀ ਗੁਰੂ ਨਾਨਕ ਦਾ ਜੱਦੀ ਪਿੰਡ ਇਹ ਸੀ। ਆਪਾਂ ਨੂੰ ਕਿਸੇ ਦਾ ਵਿਰੋਧ ਕਰਨ ਦੀ ਲੋੜ ਨਹੀਂ। ਹੋ ਸਕਦਾ ਬੇਦੀ ਖਾਨਦਾਨ ਦੇ ਕੁਝ ਬਜ਼ੁਰਗ ਆ ਕੇ ਇੱਥੇ ਰਹਿ ਗਏ ਹੋਣ, ਪਰ ਜੋ ਮੈਂ ਪੜ੍ਹਿਆ ਮੈਂ ਉਹਦੇ ਅਨੁਸਾਰ ਗੱਲ ਕਰਦਾ। ਬਾਬਾ ਰਾਮ ਨਾਰਾਇਣ ਜੀ ਹੋਏ ਹੈ ਗੋਡੇ ਪਿੰਡ ਵਾਲੇ। ਬਾਬਾ ਰਾਮ ਨਾਰਾਇਣ ਉਹ ਸੀ ਜਿਹੜਾ ਗੁਰੂ ਨਾਨਕ ਦਾ ਪੜਦਾਦਾ ਸੀ। ਬਾਬੇ ਰਾਮ ਨਾਰਾਇਣ ਦੇ ਘਰ ਉਹਨਾਂ ਦਾ ਜਿਹੜਾ ਬੇਟਾ ਜਿਸ ਨੇ ਜਨਮ ਲਿਆ ਉਹਦਾ ਨਾਂ ਸੀ ਸ਼ਿਵਰਾਮ। ਇਹ ਗੁਰੂ ਨਾਨਕ ਦਾ ਦਾਦਾ ਸੀ। ਸ਼ਿਵਰਾਮ ਦਾ ਵਿਆਹ ਹੋਇਆ ਮਾਤਾ ਬਨਾਰਸੀ ਦੇ ਨਾਲ। ਮਾਤਾ ਬਨਾਰਸੀ ਔਰ ਬਾਬਾ ਸ਼ਿਵਰਾਮ ਗ੍ਰਸਤੀ ਜੀਵਨ ਬਤੀਤ ਕਰਨ ਲੱਗੇ ਗੋਡੇ ਪਿੰਡ ਦੇ ਅੰਦਰ। ਅਤੇ ਉਸ ਵੇਲੇ ਬਾਬਾ ਰਾਮ ਨਾਰਾਇਣ ਜੀ ਸੰਸਾਰ ਤੋਂ ਵਿਦਾ ਹੋ ਗਏ। ਬੇਟੇ ਨੇ ਆਪਣਾ ਕੰਮਕਾਰ ਸੰਭਾਲ ਲਿਆ। ਇਹਦੇ ਨਾਲ ਨਾਲ ਕੀ ਹੋਇਆ, ਇਹ ਬਿਕਰਮੀ ਸੰਮਤ ਨਾਲ ਆਪਣਾ ਇਤਿਹਾਸ ਹੈ। 1471 ਬਿਕਰਮੀ ਸੰਮਤ ਵਿੱਚ ਜੋ ਰਾਜਪੂਤਾਂ ਦਾ ਇੱਕ ਬੜਾ ਭਾਰੀ ਖਾਨਦਾਨ ਸੀ, ਉੱਥੇ ਭੱਟੀਆਂ ਦੀ ਪਿੰਡੀ, ਉਹਦੇ ਵਿੱਚ ਰਹਿਣ ਵਾਲਾ ਭੋਏ ਨਾਮ ਦਾ ਜ਼ਿਮੀਂਦਾਰ ਸੀ। ਸਰਕਾਰ ਨੇ ਉਸ ਵੇਲੇ ਫੈਸਲਾ ਕਰ ਲਿਆ ਸੀ ਵੀ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਵਾਸਤੇ ਇੱਕੋ ਹੀ ਤਰੀਕਾ ਨਾਲ ਰੱਖੋ ਵੀ ਇਹਨਾਂ ਨੂੰ ਮਾਰ ਕੁੱਟ ਕੇ ਬਣਾਉਣਾ, ਇਹਨਾਂ ਨੂੰ ਲਾਲਚ ਦੇ ਕੇ ਵੀ। ਉਹ ਤਰੀਕਾ ਇਹਨਾਂ ਦਾ ਸਫਲ ਵੀ ਹੋਇਆ। ਭੋਏ ਨਾਮ ਦੇ ਜ਼ਿਮੀਂਦਾਰ ਨੂੰ ਇਹਨਾਂ ਨੇ ਕਿਹਾ ਵੀ ਤੈਨੂੰ 10 ਪਿੰਡ ਅਸੀਂ ਜੰਗੀਰ ਦੇ ਵਿੱਚ ਦਿਆਂਗੇ, 10 ਪਿੰਡਾਂ ਦਾ ਤੈਨੂੰ ਰਾਜਾ ਬਣਾ ਦਿੰਦੇ ਹਾਂ, ਮੌਜਾਂ ਕਰੇਗਾ ਪਰ ਚੱਲੇਗਾ ਸਰਕਾਰ ਅਨੁਸਾਰ। ਉਹਨੇ ਕਿਹਾ ਜੀ ਦੱਸੋ ਮੈਂ ਕੀ ਕਰਨਾ। ਕਹਿੰਦੇ ਪਹਿਲੀ ਗੱਲ ਵੀ ਤੂੰ ਹਿੰਦੂ ਧਰਮ ਛੱਡ ਕੇ ਇਸਲਾਮ ਧਾਰਨ ਕਰਨੀ। ਉਹ ਕਹਿੰਦਾ ਜੀ ਜੇ ਤੁਸੀਂ ਮੈਨੂੰ 10 ਪਿੰਡ ਦਿਓਗੇ ਮੈਂ ਛੱਡ ਦੇਣਾ। ਉਹਨੇ ਹਿੰਦੂ ਧਰਮ ਛੱਡ ਦਿੱਤਾ। ਹੋਰ ਕੀ ਦਿਓਗੇ? ਕਹਿੰਦੇ ਦੂਸਰਾ ਤੈਨੂੰ ਇੱਕ ਖਿਤਾਬ ਦਿਆਂਗੇ ਦਿੱਲੀ ਵੱਲੋਂ ਰਾਏ ਦਾ, ਇਹ ਤੈਨੂੰ ਖਿਤਾਬ ਮਿਲੇਗਾ। ਉਹਨੇ ਸਵੀਕਾਰ ਕੀਤਾ। 1471 ਵਿੱਚ ਇਸ ਨੇ ਆਪਣਾ ਧਰਮ ਪਰਿਵਰਤਨ ਕਰ ਲਿਆ। 1471 ਤੋਂ ਲੈ ਕੇ ਤਕਰੀਬਨ 15 ਕੁ ਸਾਲ ਬਣਦੇ ਹੈ। ਅਤੇ ਜਦੋਂ ਇਸ ਨੇ 1486 ਦੇ ਵਿੱਚ ਉਹਨਾਂ 10 ਪਿੰਡਾਂ ਦਾ, ਜਿਹੜੇ ਪਰਗਣੇ ਸ਼ੰਕਰਪੁਰ ਦੇ ਵਿੱਚ, ਇਹ ਪਾਕਿਸਤਾਨ 'ਚ ਜਗ੍ਹਾ ਜੀ, ਐਨ ਉਹਨਾਂ ਦੇ ਸੈਂਟਰ ਦੇ ਵਿੱਚ ਇਹਨੇ ਕਿਹਾ ਵੀ ਮੈਂ ਇੱਕ ਆਪਣਾ ਨਵਾਂ ਪਿੰਡ ਬੰਨਾਂ ਜਿੱਥੋਂ 10 ਪਿੰਡਾਂ ਦਾ ਮੈਨੂੰ ਮਾਮਲਾ ਕਰਾਉਣਾ ਸੌਖਾ ਹੋਵੇ। ਆਪਣੀ ਸਹੂਲਤ ਵਾਸਤੇ ਇੱਕ ਕਿਸਮ ਦੀ ਰਾਜਧਾਨੀ ਵਾਸਤੇ ਇਹਨੇ ਜਗ੍ਹਾ ਉਹਨਾਂ ਸਾਰਿਆਂ ਦੇ ਸੈਂਟਰ ਵਿੱਚ ਉਸ ਪਿੰਡ ਦਾ ਨਾਮ ਰੱਖਿਆ ਤਲਵੰਡੀ। ਇਹ ਉਹ ਨਗਰ ਹੈ ਜਿਹਦੇ ਨਾਲ ਸਾਡਾ ਇਹ ਸੰਬੰਧ ਹੈ ਵੀ ਉੱਥੇ ਗੁਰੂ ਨਾਨਕ ਦਾ ਅਵਤਾਰ ਹੋਣਾ। ਇਹ ਪਿੱਛੇ ਦੀ ਗੱਲ ਮੈਂ ਅਜੇ ਕਰ ਰਿਹਾ। ਉਸ ਪਿੰਡ ਨੂੰ ਉਸ ਨੇ ਆਪਣਾ ਇੱਕ ਤਾਂ ਉਹਦਾ ਜਿਹੜਾ ਖਿਤਾਬ ਮਿਲਿਆ ਸੀ ਦਿੱਲੀ ਵੱਲੋਂ ਉਹ ਨਾਲ ਜੋੜ ਲਿਆ। ਇੱਕ ਉਹਦਾ ਜਿਹੜਾ ਆਪਣਾ ਨਾਂ ਸੀ ਪਰਿਵਾਰ ਨੇ ਜੰਮਦੇ ਦਾ ਰੱਖਿਆ ਸੀ, ਭੋਏ ਉਹਦਾ ਨਾਂ ਸੀ, ਰਾਏ ਭੋਏ ਦੀ ਤਲਵੰਡੀ। ਤਲਵੰਡੀ ਤਾਂ ਪਿੰਡ ਹੈ ਨਾ। ਰਾਏ ਤੇ ਭੋਏ, ਇਹ ਭੋਏ ਉਹਦਾ ਨਾਮ ਸੀ, ਜ਼ਿਮੀਂਦਾਰ ਸੀ, ਰਾਏ ਉਹਦਾ ਖਿਤਾਬ ਸੀ। ਇਹ ਫਿਰ ਇਹ ਨਗਰ ਬਣਿਆ ਜਿੱਥੇ ਗੁਰੂ ਨਾਨਕ ਦਾ ਅਵਤਾਰ ਹੋਇਆ, ਜਿਹਨੂੰ ਅੱਜ ਨਨਕਾਣਾ ਸਾਹਿਬ ਕਹਿੰਦੇ। ਇਸ ਕਰਕੇ ਰਾਏ ਭੋਏ ਦੀ ਤਲਵੰਡੀ ਦਾ ਇਹ ਇਤਿਹਾਸ ਬਣਿਆ। ਅਤੇ ਉੱਧਰ ਜਿਹੜਾ ਰਾਏ ਭੋਏ ਸੀ, ਇਸ ਨੇ ਦੇਖਿਆ ਵੀ 10 ਪਿੰਡਾਂ ਦਾ ਮਾਮਲਾ ਕਰਾਉਣ ਵਾਲਾ, ਉਸ ਵੇਲੇ ਉਸ ਅਫਸਰ ਨੂੰ ਪਟਵਾਰੀ ਕਹਿੰਦੇ ਸੀ ਵੀ ਮੈਂ ਕੋਈ ਇਮਾਨਦਾਰ ਬੰਦਾ ਹੋਵੇ ਅਤੇ ਨਾਲੇ ਪੜ੍ਹਿਆ ਲਿਖਿਆ। ਦੋ ਗੱਲਾਂ ਇਕੱਠੀਆਂ ਮਿਲਦੀਆਂ ਬਹੁਤ ਮੁਸ਼ਕਿਲ ਨੇ, ਵੀ ਬੰਦਾ ਪੜ੍ਹਿਆ ਲਿਖਿਆ ਵੀ ਹੋਵੇ ਔਰ ਇਮਾਨਦਾਰ ਵੀ ਹੋਵੇ। ਕਈ ਵਾਰੀ ਪੜ੍ਹਿਆ ਲਿਖਿਆ ਹੁੰਦਾ ਇਮਾਨਦਾਰ ਨਹੀਂ ਹੁੰਦਾ, ਕਈ ਵਾਰੀ ਇਮਾਨਦਾਰ ਹੁੰਦਾ ਪੜ੍ਹਿਆ ਲਿਖਿਆ ਨਹੀਂ ਹੁੰਦਾ। ਇਹ ਦੋ ਗੱਲਾਂ ਬੇਦੀ ਖਾਨਦਾਨ ਵਿੱਚ ਸਨ। ਉਹਨਾਂ ਨੇ ਜਾ ਕੇ ਬਾਬਾ ਰਾਮ ਨਾਰਾਇਣ ਦੀ ਬੇਟੀ ਸ਼ਿਵਰਾਮ ਨੂੰ ਕਿਹਾ ਕਿ ਸ਼ਿਵਰਾਮ ਜੀ ਮੈਂ ਨਵਾਂ ਪਿੰਡ ਜਿਹੜਾ ਉਹਦਾ ਨਿਰਮਾਣ ਕੀਤਾ ਹੈ, ਮੈਂ ਪਿੰਡ ਵਸਾਉਣਾ ਹੈ ਅਤੇ 10 ਪਿੰਡਾਂ ਦੀ ਉਗਰਾਹੀ ਕਰਨ ਵਾਸਤੇ ਮਾਮਲਾ ਕਰਾਉਣ ਦੇ ਲਈ ਜ਼ਮੀਨ ਦਾ ਹਿਸਾਬ ਕਿਤਾਬ ਰੱਖਣ ਲਈ ਮੈਨੂੰ ਪਟਵਾਰੀ ਦੀ ਲੋੜ ਹੈ। ਤੂੰ ਪੜ੍ਹਿਆ ਲਿਖਿਆ ਹੈ, 10 ਪਿੰਡਾਂ ਦਾ ਪਟਵਾਰੀ ਲੱਗ ਜਾ। ਪਹਿਲਾਂ ਬਾਬਾ ਜੀ ਨੇ ਨਾਂਹ ਨੁੱਕਰ ਕੀਤੀ। ਉਹਦਾ ਕਾਰਨ ਕੀ ਸੀ ਵੀ ਤੂੰ ਇਸਲਾਮ ਧਰਮ ਕਿਉਂ ਧਾਰਨ ਕੀਤਾ? ਤੂੰ ਹਿੰਦੂ ਧਰਮ ਛੱਡ ਕੇ
ਧਰਮ ਪਰਿਵਰਤਨ ਕੀਤਾ। ਉਹਨੇ ਕਿਹਾ ਵੀ ਦੇਖ ਤੁਹਾਡਾ ਰੋਸ ਇਹ ਬਿਲਕੁਲ ਦਰੁਸਤ ਹੈ, ਮੈਨੂੰ ਲਾਲਚੀ ਕਹਿ ਲਓ, ਕੁਛ ਵੀ ਕਹਿ ਲਓ, ਪਰ ਹੋ ਗਿਆ। ਪਰ ਜਿਹੜਾ ਆਪਣੇ ਖਾਨਦਾਨਾਂ ਦਾ ਪ੍ਰੇਮ ਹੈ ਇਹ ਤਾਂ ਨਹੀਂ ਟੁੱਟਿਆ। ਮੈਂ ਧਰਮ ਪਰਿਵਰਤਨ ਕੀਤਾ, ਮੈਂ ਆਪਣਾ ਪ੍ਰੇਮ ਤਾਂ ਪਰਿਵਰਤਨ ਨਹੀਂ ਕੀਤਾ ਤੁਹਾਡੇ ਪ੍ਰਤੀ। ਮੈਂ ਤੁਹਾਡੇ ਬਜ਼ੁਰਗਾਂ ਦਾ ਸਤਿਕਾਰ ਕਰਦਾ, ਇਸ ਲਈ ਤੁਸੀਂ ਉਹਨਾਂ ਦੀ ਸੰਤਾਨ ਹੋ ਬਾਬਾ ਰਾਮ ਨਾਰਾਇਣ ਜੀ ਦੀ, ਅਤੇ ਤੁਸੀਂ ਮੇਰੇ ਨਗਰ ਦੇ ਵਿੱਚ ਚੱਲੋ। ਬਾਬਾ ਸ਼ਿਵ ਰਾਮ ਜੀ ਗੋਡੇ ਪਿੰਡ ਛੱਡ ਕੇ ਰਾਏ ਭੋਇੰ ਦੀ ਤਲਵੰਡੀ ਆ ਗਏ। ਇੱਥੇ ਆ ਕੇ 1497 ਬਿਕਰਮੀ ਸੰਮਤ ਵਿੱਚ ਉਹਨਾਂ ਦੇ ਘਰ ਇੱਕ ਬੇਟੇ ਨੇ ਜਨਮ ਲਿਆ। ਅੱਜ ਜਿਹੜਾ ਬਾਬਾ ਜਿਸ ਖਾਨਦਾਨ ਦੇ ਵਿੱਚ ਇਹ ਬੱਚਾ ਜਨਮ ਲੈਂਦਾ, ਅੱਜ ਪੁੱਤਰ ਹੈ ਕਿਸੇ ਦਾ, ਬਾਬਾ ਸ਼ਿਵ ਰਾਮ ਜੀ ਦਾ, ਇਸੇ ਨੇ ਕੱਲ੍ਹ ਨੂੰ ਗੁਰੂ ਨਾਨਕ ਦਾ ਪਿਤਾ ਬਣਨਾ ਹੈ। ਯਾਨੀ ਜਿਸ ਬੇਟੇ ਦਾ ਜਨਮ ਹੋਇਆ ਸ਼ਿਵਰਾਮ ਬਾਬਾ ਜੀ ਦੇ ਘਰ ਤੇ ਮਾਤਾ ਬਨਾਰਸੀ ਦੀ ਕੁੱਖ ਤੋਂ, ਉਹਦਾ ਨਾਮ ਰੱਖਿਆ ਗਿਆ ਕਲਿਆਣ ਚੰਦ। ਇਹਨੂੰ ਛੋਟੇ ਅੱਖਰਾਂ 'ਚ ਕਾਲੂ ਜੀ ਕਰਕੇ ਇਤਿਹਾਸ ਦੇ ਵਿੱਚ ਲਿਖਿਆ, ਜ਼ਿਆਦਾ ਪ੍ਰਚਲਿਤ ਇਹੀ ਹੋ ਗਿਆ, ਪਰ ਕਲਿਆਣ ਚੰਦ ਨਾਂ ਸੀ ਬਾਬਾ ਜੀ ਦਾ। ਉਸ ਤੋਂ ਬਾਅਦ 1501 ਦੇ ਵਿੱਚ ਦੂਸਰੇ ਬੇਟੇ ਨੇ ਜਨਮ ਲਿਆ, ਉਹਦਾ ਨਾਂ ਰੱਖਿਆ ਲਾਲ ਚੰਦ। ਇਹ ਗੁਰੂ ਨਾਨਕ ਦਾ ਚਾਚਾ ਹੈ ਸਕਾ। ਇਹ ਤਾਂ ਹੋਇਆ ਧਨ ਸੋ ਵੰਸ ਧਨ ਸੋ ਪਿਤਾ। ਉਹ ਵੰਸ ਧਨ ਹੈ, ਉਹ ਪਿਤਾ ਧਨ ਹੈ, ਉਹ ਮਾਤਾ ਧਨ ਹੈ। ਇਸ ਤੋਂ ਅੱਗੇ ਦੂਸਰਾ ਪਰਿਵਾਰ ਜਿਹੜਾ ਹੈ ਧਨ, ਉਹ ਕੁਟੁੰਬ ਦੇ ਲੋਕ ਹੈ ਵੀ ਪਰਿਵਾਰ ਸਾਰੇ ਜਿਹੜੇ ਵੀ ਰਿਸ਼ਤੇਦਾਰ ਸੰਬੰਧੀ ਬਣੇ। ਧਨ ਸੋ ਗਾਉਂ ਧਨ ਸੋ ਠਾਉਂ। ਧਨ ਪੁਨੀਤ ਉਹ ਪਵਿੱਤਰ ਹੈ, ਕੁਲ ਵੀ ਜਿਹੜੇ ਕੁਟੁੰਬ ਦੇ ਜਿਹੜੇ ਲੋਕ ਨੇ ਉਹ ਵੀ ਪਵਿੱਤਰ ਹੈ। ਧਨ ਪੁਨੀਤ ਕੁਟੁੰਬ ਸਭ ਲੋਏ। ਦੂਸਰਾ ਖਾਨਦਾਨ ਹੈ ਪਾਕਿਸਤਾਨ ਦੇ ਵਿੱਚ, ਇਹ ਜਗ੍ਹਾ ਚਹਿਲਾ ਨਗਰ ਹੈ। ਚਹਿਲਾ ਨਗਰ ਦੇ ਵਿੱਚ ਰਾਮਾ ਜੀ ਰਹਿੰਦੇ ਸੀ, ਬੜਾ ਸਾਊ ਖਾਨਦਾਨ, ਬੇਦੀਆਂ ਦੇ ਖਾਨਦਾਨ ਵਰਗਾ ਹੀ ਸਾਊ ਖਾਨਦਾਨ ਸੀ। ਅਤੇ ਉਹਨਾਂ ਦੇ ਘਰੋਂ ਜਿਹੜੀ ਮਾਤਾ ਜੀ ਸੀ ਉਹਦਾ ਨਾਂ ਸੀ ਸਵਰਾਈ। ਇਹ ਰਾਮਾ ਜੀ ਉਹ ਜਿਹੜੇ ਗੁਰੂ ਨਾਨਕ ਦੇ ਨਾਨਾ ਬਣਨਾ ਜਿਹਨਾਂ ਨੇ। ਮਾਤਾ ਸਵਰਾਈ ਉਹ ਹੈ ਜਿਹੜੀ ਗੁਰੂ ਨਾਨਕ ਦੀ ਨਾਨੀ ਹੈ। ਅਤੇ ਆਮ ਕਰਕੇ ਦੇਖੋ ਗੁਰਪੁਰਬ ਦਾ ਅਰਥ ਕੀ ਕੱਢ ਲਿਆ ਹੈ ਵੀ ਗੁਰਪੁਰਬ ਹੈ ਜੀ, ਕੜਾਹ ਪ੍ਰਸ਼ਾਦ ਬਣ ਗਿਆ, ਕੀਰਤਨ ਹੋ ਗਿਆ ਰਸਮੀ ਤੌਰ 'ਤੇ, ਚਲੋ ਜੀ ਜਗਾਰਾ ਛੱਡਿਆ ਜੀ, ਗੁਰਪੁਰਬ ਮਨਾਇਆ ਗਿਆ, ਕੜਾਹ ਪ੍ਰਸ਼ਾਦ ਛਕਿਆ ਅਤੇ ਲੰਗਰ ਛਕਿਆ ਜੀ, ਘਰਾਂ ਨੂੰ ਆ ਗਏ। ਅਤੇ ਇਤਿਹਾਸ ਕੌਣ ਪੜ੍ਹੀ ਹੈ? ਅਤੇ ਬਾਕੀ ਭਾਰਤ ਦੇ ਵਿੱਚ ਪੈਦਾ ਹੋਣ ਵਾਲਾ ਕੋਈ ਵੀ ਅਵਤਾਰ ਐਸਾ ਨਹੀਂ ਜਿਹਨੇ ਇੰਨਾ ਸਫ਼ਰ ਕੀਤਾ ਹੋਵੇ ਜਿੰਨਾ ਗੁਰੂ ਨਾਨਕ ਨੇ ਕੀਤਾ। ਅਫਰੀਕਾ ਵਿੱਚ ਵੀ ਗਏ, ਅਫਰੀਕਾ ਦੇ ਵਿੱਚ ਚਿੰਨ੍ਹ ਮਿਲੇ, ਯੂਰਪ ਦੇ ਵਿੱਚ ਗਏ ਮਹਾਰਾਜ ਸ਼ਾਇਦ, ਅਤੇ ਸਾਰਿਆਂ ਇਹਨਾਂ ਮੁਲਕਾਂ ਜਿੱਥੇ ਜਿੱਥੇ ਮਹਾਰਾਜ ਨੂੰ ਪਾਇਆ ਸੀ ਗਏ। ਜਿਸ ਵੇਲੇ ਗੁਰੂ ਨਾਨਕ ਸਾਹਿਬ ਦੀ, ਬਸ ਮੈਂ ਇੱਕ ਸਾਖੀ ਛੋਟੀ ਜਿਹੀ ਸੁਣਾ ਕੇ ਆਪਣੇ ਵਿਚਾਰਾਂ ਨੂੰ ਵਿਸ਼ਰਾਮ ਦਿਆਂਗਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅਵਤਾਰ ਵੇਲੇ ਜੋ ਘਟਨਾਵਾਂ ਹੋਈਆਂ, ਅਤੇ ਮੈਂ 1.5 ਘੰਟੇ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ 1.5 ਵਰ੍ਹਿਆਂ ਤੱਕ ਦਾ ਇਤਿਹਾਸ ਕਹਿ ਸੁਣਿਆ ਸੀ। ਪਿਛਲੇ ਸਾਲ ਉੱਧਰ ਸਮਾਣੇ ਦੇ ਇਲਾਕੇ 'ਚ ਦੀਵਾਨ ਸੀ, ਉਹ ਵੇਰਵਾ ਨਹੀਂ ਇੱਥੇ ਦਿੱਤਾ ਜਾ ਸਕਦਾ। ਅਤੇ ਮੈਂ ਸੌਖੀ ਜਿਹੀ ਗੱਲ ਜਿਹੜੀ ਸਾਡੇ ਨਿੱਕੇ ਨਿੱਕੇ ਬੱਚਿਆਂ ਦੇ ਸਮਝ ਆ ਜਾਏ, ਔਰ ਜੇ ਬੱਚੇ ਉਸ ਗੱਲ 'ਤੇ ਅਮਲ ਕਰ ਲੈਣਗੇ ਅਤੇ ਗੁਰਪੁਰਬ ਮਨਾਇਆ ਹੋਇਆ ਸਫਲਾ ਹੋ ਜਾਏ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਲਗਭਗ 5 ਵਰ੍ਹਿਆਂ ਦੇ ਹੋ ਗਏ, 5 ਜਾਂ 6 ਵਰ੍ਹਿਆਂ ਦੀ ਉਮਰ ਹੈ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਥੀ ਜਿਹੜੇ 3 ਵਰ੍ਹੇ ਵੱਡਾ ਸੀ ਉਮਰ ਵਿੱਚ, ਉਹ ਸੀ ਮਰਦਾਨਾ। ਗੁਰੂ ਨਾਨਕ ਸਾਹਿਬ ਨਾਲੋਂ 3 ਸਾਲ ਵੱਡਾ ਸੀ। ਜਿਹੜਾ ਭਾਈ ਵਾਲਾ ਸੀ 3 ਸਾਲ ਛੋਟਾ ਸੀ, ਵਿਚਕਾਰ ਗੁਰੂ ਨਾਨਕ ਸਾਹਿਬ। ਇਹ ਦੋਨੇ ਬਚਪਨ ਦੇ ਬਾਲ ਸਿਖਾਈ ਮਿੱਤਰ ਨੇ, ਜਿਵੇਂ ਸਦਾਮਾ ਭਗਵਾਨ ਕ੍ਰਿਸ਼ਨ ਦਾ ਮਿੱਤਰ ਸੀ। ਅਤੇ ਮਹਾਰਾਜ ਸਾਹਿਬ ਜੀ ਦੀਆਂ ਖੇਡਾਂ ਬੜੀਆਂ ਨਿਆਰੀਆਂ ਸੀ। ਪੁਰਾਣੇ ਸਮੇਂ ਰਾਏ ਭੋਇੰ ਦੀ ਤਲਵੰਡੀ ਇੱਕ ਤਲਾਅ ਹੁੰਦਾ ਸੀ ਕੱਚਾ, ਨਗਰ ਦੇ ਵਿੱਚ ਆਮ ਟੋਭੇ ਹੁੰਦੇ ਸੀ। ਉੱਥੇ ਨਿਆਣੇ ਸਾਰੇ ਇਕੱਠੇ ਹੋ ਕੇ ਗੁਰੂ ਨਾਨਕ ਨੂੰ ਆਗੂ ਮੰਨਦੇ ਸੀ ਆਪਣਾ। ਤਾਂ ਮਹਾਰਾਜ ਸਾਹਿਬ ਦੇ ਘਰ ਪਦਾਰਥ ਬੇਦੀਆਂ ਦੇ ਖੁੱਲ੍ਹਾ ਹੁੰਦਾ ਸੀ, ਅਤੇ ਉਹਨਾਂ ਨੇ ਕਹਿਣਾ ਮਿੱਤਰ ਕੁਝ ਖਵਾ ਸਾਨੂੰ, ਤਾਂ ਮਹਾਰਾਜ ਨੇ ਘਰੋਂ ਚੁੱਕਣਾ, ਚੋਰੀ 'ਤੇ ਲਿਜਾ ਕੇ ਬੱਚੇ ਨੂੰ ਖਵਾ ਦੇਣਾ।
उदण किते ऐसा नहीं बन सकिया। तो बच्चे कहते जी भुख लगी आ, सानू कुछ खवाओ। गुरु नानक साहब कहते की खाना है? एक बच्चा कहता लड्डू खाने हैं। ਹੁਣ ਮਹਾਰਾਜ ਨੇ ਕਿਹੜਾ ਉੱਥੇ ਹਲਵਾਈ ਬਗਲ ਬਣਾਇਆ ਹੋਇਆ ਸੀ? ਲੱਡੂ ਖਾਣੇ ਮਿੱਤਰੋ? ਕਹਿੰਦੇ ਹਾਂ। ਕਹਿੰਦੇ ਲਓ ਲੱਡੂ ਖਵਾ ਦਿੰਦੇ ਆ। ਮਹਾਰਾਜ ਸਾਹਿਬ ਨੇ ਐਂ ਗਾਰ ਦਾ ਮੁੱਠੀ ਭਰੀ, ਉਹਦਾ ਗਾਰੇ ਦਾ ਲੱਡੂ ਬਣਾਇਆ। ਕਹਿੰਦੇ ਲੈ ਵੀ ਮਿੱਤਰਾ ਖਾ ਲੈ। ਉਹ ਜਿਵੇਂ ਨਿਆਣੇ ਨਕਲੀ ਨਹੀਂ ਕਈ ਵਾਰੀ ਲਿਆਓ ਜੀ ਪ੍ਰਸ਼ਾਦ ਦਿਓ ਜੀ ਖਾ ਲੈ ਕਰਦੇ ਆ, ਉਹ ਬੱਚੇ ਨੇ ਜਾ ਮੂੰਹ ਨੂੰ ਪਾਇਆ, ਕਹਿੰਦਾ ਆਹਾ। ਕਹਿੰਦੇ ਉਹ ਕੀ ਗੱਲ ਹੈ? ਕਹਿੰਦਾ ਇਹ ਲੱਡੂ ਸਵਾਦ ਬੜਾ ਹੈ, ਖਾ ਗਿਆ ਸਾਰਾ ਹੀ। ਉਹ ਦੂਜੇ ਕਹਿੰਦੇ ਮੈਨੂੰ ਵੀ ਦਿਓ, ਤੀਜਾ ਕਹਿੰਦਾ ਮੈਨੂੰ ਵੀ ਦਿਓ। ਵੱਟੀ ਜਾਂਦੇ ਨੇ, ਖਵਾਈ ਜਾਂਦੇ ਨੇ। ਗੁਰੂ ਨਾਨਕ ਦੇ ਹੱਥਾਂ ਦੇ ਵਿੱਚ ਉਹ ਲੱਡੂ ਬਦਲ ਕੇ ਆਪਣੀ ਤਸੀਰ ਮਿੱਟੀ ਬਦਲ ਕੇ ਮਿੱਠੀ ਹੋ ਜਾਂਦੇ, ਜਿਵੇਂ ਰੀਠੇ ਮਿੱਠੇ ਹੋ ਗਏ। ਅੱਜ ਤੱਕ ਮਿੱਠੇ ਨੇ। ਮਿੱਟੀ ਨੂੰ ਮਿੱਠਾ ਹੋਣਾ ਕੀ ਔਖਾ ਸੀ? ਮਿੱਠੇ ਦਾਤੇ ਦੇ ਹੱਥਾਂ ਵਿੱਚ ਆ ਗਏ। ਉਸ ਵੇਲੇ ਮਹਾਰਾਜ ਦੀ ਮਾਸੀ ਆ ਗਈ। ਮਾਸੀ ਨੇ ਦੇਖਿਆ ਆਪਣਾ ਭਾਣਜਾ, ਭਾਣਜੇ ਨੇ ਦੇਖ ਲਈ ਮਾਸੀ। ਮਰਜ਼ਾਦਾ ਪੁਰਸ਼ੋਤਮ ਨੂੰ ਉੱਠ ਕੇ ਖੜੇ ਹੋ ਗਏ। ਮਾਸੀ ਜੀ ਪੈਰੀ ਪੈਨਾ ਪਿਆਰ ਦਿੱਤਾ, ਪੁੱਤਰ ਨਾਨਕ ਤੇ ਆ ਚੱਲੀਏ ਘਰ ਨੂੰ। ਮੈਂ ਕਹਿੰਦੀ ਨਹੀਂ ਮਾਸੀ ਜੀ ਤੁਸੀਂ ਚੱਲੋ, ਤੁਸੀਂ ਆਪਣੀ ਭੈਣ ਨੂੰ ਮਿਲੋ, ਮੇਰੇ ਹਾਣੀ ਆਏ ਵੇ ਨੇ, ਮੈਂ ਇਹਨਾਂ ਦੇ ਨਾਲ ਖੇਡਦਾ। ਮਹਾਰਾਜ ਨਹੀਂ ਗਏ। ਤੇ ਭੈਣ ਨਾਨਕੀ ਵਾਹਿਗੁਰੂ ਮਾਤਾ ਲੱਖੋ ਜੀ ਆਪਣੀ ਭੈਣ ਮਾਤਾ ਤ੍ਰਿਪਤਾ ਨੂੰ ਜਾ ਕੇ ਮਿਲੀ। ਬਹੁਤ ਪਿਆਰ ਹੁੰਦਾ ਸੀ ਭੈਣਾਂ ਦਾ। ਕਿਤੇ ਹੁਣ ਤਾਂ ਜਿੰਨੀਆਂ ਭੈਣਾਂ ਆਪਸ ਵਿੱਚ ਹੀ ਲੜਦੀਆਂ ਨੇ, ਝਾਟ ਮਚੀਟੇ ਹੁੰਦੀਆਂ ਨੇ, ਇੰਨੇ ਗੁਆਂਢੀ ਵੀ ਨਹੀਂ ਹੁੰਦੇ। ਭੈਣ ਨੂੰ ਭੈਣ ਦੇਖ ਕੇ ਬਾਹਾਂ ਖਿਲਾਰ ਰਹੀਆਂ, ਭੈਣੇ ਸ਼ੁਕਰ ਹੈ ਮੇਰੀ ਭੈਣ ਆਈ ਹੈ। ਨੱਠ ਕੇ 10 ਕਰਮਾਂ ਗਾਹਾਂ ਹੋ ਕੇ ਮਿਲੀ ਮਾਤਾ ਤ੍ਰਿਪਤਾ। ਗਲ ਵਕੜੀ ਪਾਈ, ਇੱਕ ਦੂਜੇ ਸੁੱਖ ਸਾਂਦ ਪੁੱਛੀ ਤੇ ਪੀੜਾ ਡਾਹ ਦਿੱਤਾ ਤੇ ਕਹਿ ਦਿੱਤਾ ਦਾਸੀ ਨੂੰ ਭਾਈ ਦੁੱਧ ਗਰਮ ਕਰ, ਮੇਰੀ ਭੈਣ ਆਈ ਹੈ। ਤੇ ਬੈਠੀ ਬੈਠੀ ਮਾਤਾ ਲੱਖੋ ਆਪਣੀ ਭੈਣ ਨੂੰ ਕਹਿੰਦੀ ਭੈਣ ਤ੍ਰਿਪਤਾ ਵੀ ਉਹ ਗੁੱਸਾ ਤਾਂ ਕਰੀ ਨਾ, ਵੀ ਮੈਂ ਇੱਕ ਗੱਲ ਕਹਿਣੀ ਚਾਹੁੰਦੀ ਹਾਂ। ਤੇ ਉਸ ਵੇਲੇ ਮਾਤਾ ਤ੍ਰਿਪਤਾ ਕਹਿਣ ਲੱਗੀ ਭੈਣ ਜੀ ਐਸੀ ਕਿਹੜੀ ਗੱਲ ਹੈ? ਵੀ ਦੂਸਰੀ ਗੱਲ ਹੈ ਵੀ ਭੈਣਾਂ 'ਚ ਗੁੱਸਾ ਕਿੱਥੇ ਆ ਜਾਊਗਾ ਭਲਾ? ਤੂੰ ਕਹਿ ਜਿਹੜਾ ਕੁਛ ਕਹਿਣਾ। ਕਹਿੰਦੀ ਚਲੋ ਪੁੱਤਰ ਤਾਂ ਪੁੱਤਰ ਹੀ ਹੁੰਦਾ, ਇਹ ਢੰਗ ਹੁੰਦਾ ਗੱਲ ਕਰਨ ਦਾ। ਪੁੱਤਰ ਤਾਂ ਪੁੱਤਰ ਹੀ ਹੁੰਦਾ, ਪਰ ਮੈਨੂੰ ਤੇਰਾ ਪੁੱਤਰ ਤਾਂ ਨਾ ਕਮਲਾ ਜਿਹਾ ਹੀ ਲੱਗਦਾ ਹੈ। ਇਹ ਗੱਲ ਗੁਰੂ ਨਾਨਕ ਨੇ ਸੁਣ ਲਈ। ਮੈਂ ਕਮਲੇ ਦੇ ਥਾਂ 'ਤੇ ਕਹਿਣਾ ਹੁੰਦਾ ਵੀ ਮਸਤਾਨਾ ਜਿਹਾ ਲੱਗਦਾ, ਸ਼ਬਦ ਬਦਲ ਲਈਦਾ, ਪਰ ਉਹਨੇ ਕਿਹਾ ਇਹ ਸੀ ਵੀ ਕਮਲਾ ਹੀ ਲੱਗਦਾ। ਗੁਰੂ ਨਾਨਕ ਸਾਹਿਬ ਜੀ ਉੱਠ ਕੇ ਖੜੇ ਹੋ ਗਏ, ਕਿਉਂਕਿ ਗੱਲ ਤਾਂ ਸੁਣਦੀ ਸੀ ਦੋਨਾਂ ਦੀ, ਮਾਸੀ ਦੀ ਵੀ ਮਾਂ ਦੀ ਵੀ। ਮਾਂ ਤਾਂ ਨਹੀਂ ਬੋਲੀ। ਖੜੇ ਹੋ ਕੇ ਉੱਚੇ ਦੇ ਕਹਿੰਦੇ ਮਾਸੀ ਜੀ। ਮਾਸੀ ਲੱਗੀ ਦੇਖਣ, ਕਹਿੰਦੀ ਹਾਂ ਪੁੱਤਰ ਨਾਨਕ। ਕਹਿੰਦੇ ਮੇਰੀ ਗੱਲ ਛੱਡ, ਜਿਹੜਾ ਤੇਰੇ ਜੰਮਿਆ ਇਦੋਂ ਵੀ ਕਮਲਾ ਹੈ ਉਹਨੂੰ ਸਾਂਭ ਲਈ। ਉਹ ਫਿਰ ਹੋਇਆ ਰਾਮ ਥੰਮਣ। ਮਾਝੇ ਦੇ ਵਿੱਚ ਪੂਜਿਆ ਜਾਂਦਾ ਹੈ, ਪਾਕਿਸਤਾਨ 'ਚ ਵੀ ਜਗ੍ਹਾ ਹੈ। ਇਹ ਬਰਾਗੀਆਂ ਦੀ ਪੂਰੀ ਜਮਾਤ ਫੇਰਿਆ ਕਰਦਾ ਸੀ। ਇਹ ਸੰਸਾਰ ਵੱਲੋਂ ਕਮਲਾ ਸੀ, ਮਸਤਾਨਾ, ਪਰ ਇਹ ਬ੍ਰਹਮ ਗਿਆਨੀ ਹੋਇਆ, ਪੂਰਾ ਮਸਤਾਨਾ ਹੋਇਆ। ਗੁਰੂ ਨਾਨਕ ਨਾਲੋਂ ਵੀ ਜ਼ਿਆਦਾ ਮਸਤ ਰਹਿੰਦਾ ਸੀ। ਬਚਨ ਸੀ ਗੁਰੂ ਨਾਨਕ ਦਾ ਹੋਇਆ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਫਿਰ ਇਹਨੇ ਇੱਕ ਵਾਰੀ ਨਾ ਦੱਖਣ ਦੇ ਇਲਾਕੇ 'ਚ ਮਿਲਿਆ ਸੀ। ਕਹਿੰਦਾ ਜੀ ਮੈਂ ਭਰਾ ਸਮਝ ਕੇ ਨਹੀਂ, ਮੈਂ ਤੁਹਾਨੂੰ ਆਪਣਾ ਗੁਰੂ ਮੰਨ ਕੇ ਵੀ ਮੈਨੂੰ ਸੱਚੇ ਪਾਤਸ਼ਾਹ ਇੱਕ ਵਾਰੀ ਝਲਕ ਜੀ ਪਈ ਸੀ, ਦਰਸ਼ਨ ਨਹੀਂ ਹੋਏ ਨਿਰੰਕਾਰ ਦੇ। ਕਹਿੰਦੇ ਕਿਵੇਂ ਹੋਇਆ ਸੀ? ਬੜਹੰਸ ਰਾਗ ਦੇ ਸ਼ਬਦ ਆਉਂਦਾ ਹੈ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਇਹ ਉਹਦੇ ਪਰਥਾਇਆ ਸ਼ਬਦ ਸਾਰਾ। ਉਹਨੂੰ ਬ੍ਰਹਮ ਗਿਆਨ ਦਿੱਤਾ। ਉਹਨਾਂ ਇਹ ਖੇਡਾਂ ਸੀ ਮਹਾਰਾਜ ਦੀਆਂ। ਉਸ ਵੇਲੇ ਇੱਕ ਦਿਨ ਕੀ ਹੋਇਆ, ਰਾਤ ਨੂੰ ਖੇਡਦੇ ਖੇਡਦੇ ਕਿਤੇ ਰਾਤ ਜ਼ਿਆਦਾ ਹੋ ਗਈ, ਖੇਡ ਪਿਆਰੀ ਹੁੰਦੀ ਆ ਨਿਆਣਿਆਂ ਨੂੰ, ਤੇ ਮਰਦਾਨੇ ਦੀ ਮਾਂ ਆ ਗਈ। ਇਹ ਮਰਦਾਨੇ ਦੀ ਇੱਕ ਤਾਂ ਮਰਾਸੀਆਂ ਦੀ ਆਵਾਜ਼ ਕੁਦਰਤੀ ਨਾ ਗੌਡ ਗਿਫਟ ਹੀ ਕਹਿ ਲਓ ਇਸ ਨੂੰ। ਇਹਦੀ ਆਵਾਜ਼ ਬਹੁਤ ਇਹਨਾਂ ਦੀ ਸੁਰ ਉੱਚੀ ਹੁੰਦੀ ਹੈ। ਜਦੋਂ ਮਰਾਸਣ ਨੇ ਮਾਰੀ ਆਵਾਜ਼ ਅੱਧੇ ਪਿੰਡ 'ਚ ਸੁਣ ਗਈ ਹੋਣੀ ਹੈ। ਮਰਦਾਨਾ ਡਰ ਗਿਆ, ਕਹਿੰਦਾ ਮਿੱਤਰ ਮਾਂ ਆ ਗਈ। ਗੁਰੂ ਨਾਨਕ ਸਾਹਿਬ ਕਹਿੰਦੇ ਮਾਂ ਆ ਗਈ ਕਿ ਜਮਦੂਤ ਆ ਗਏ? ਮਾਂ ਆਈ ਹੈ, ਮਾਂ ਆਈ ਤੇ ਤਾਂ ਖਿੜ ਜਾਈਦਾ, ਤੇਰੇ ਪ੍ਰਾਣ ਨਿਕਲਦੇ ਜਾਂਦੇ ਆ। ਕਹਿੰਦਾ ਮਿੱਤਰ ਮੇਰੀ ਮਾਂ ਤੇਰੀ ਮਾਂ ਵਰਗੀ ਨਹੀਂ ਹੈ। ਤੇਰੀ ਮਾਂ ਤਾਂ ਤੂੰ ਕੁਛ ਕਰੀ ਜਾਵੇਂ ਤੈਨੂੰ ਕੁਛ ਨਹੀਂ ਕਹਿੰਦੀ। ਕਹਿੰਦੇ ਕੁੱਟਦੀ ਪਹਿਲਾਂ ਹੁੰਦੀ ਹੈ, ਪੁੱਛਦੀ ਬਾਅਦ 'ਚ ਵੀ ਇਲਤ ਕੀ ਕੀਤੀ ਹੈ। ਬਾਹਲੀ ਅੱਜ ਬਹੁਤ ਕੁੱਟੂਗੀ ਮੈਨੂੰ। ਮਹਾਰਾਜ ਕਹਿੰਦੇ ਅੱਛਾ। ਮਹਾਰਾਜ ਸਾਹਿਬ ਦਾ ਬਚਨ ਦੇਖੋ, ਦ੍ਰਿੜਤਾ ਦੇਖੋ।
ਕਹਿੰਦੇ ਜੇ ਤੈਨੂੰ ਮਾਰ ਪੈ ਗਈ ਤਾਂ ਨਾਨਕ ਦਾ ਮਿੱਤਰ ਬਣਨ ਦਾ ਤੈਨੂੰ ਕੋਈ ਲਾਭ ਨਹੀਂ। ਤੂੰ ਮੇਰਾ ਮਿੱਤਰ ਹੈ, ਤੈਨੂੰ ਜਮਾਂ ਦੀ ਮਾਰ ਵੀ ਨਹੀਂ ਪੈਣ ਦੇਣੀ, ਤੀ ਮਾਂ ਦੀ ਮਾਰ ਤਾਂ ਪਏਗੀ ਕਿਵੇਂ ਤੈਨੂੰ। ਮੇਰੇ ਓਲੇ ਹੋ ਜਾ। ਮਰਦਾਨਾ ਓਲੇ ਹੋ ਗਿਆ। ਤੇ ਮਹਾਰਾਜ ਕਹਿੰਦੇ ਮਾਤਾ ਜੀ ਇੱਥੇ ਆਏ ਅਸੀਂ। ਹਵਾ ਤਾਂ ਉਹੀ ਹੈ ਜਦੋਂ ਬੀਕਾਨੇਰ ਦੇ ਟਿੱਬਿਆਂ 'ਚੋਂ ਲੰਘਦੀ ਆ ਨਾ, ਜੂਨ ਮਈ ਦੇ ਮਹੀਨੇ, ਉਹਨੂੰ ਕਹਿੰਦੇ ਲੂ ਚੱਲਦੀ ਹੈ। ਜਦੋਂ ਸ਼ਿਮਲੇ ਦੀਆਂ ਪਹਾੜੀਆਂ ਨੂੰ ਟਕਰਾ ਕੇ ਲੰਘਦੀ ਆ, ਹਵਾ ਉਹੀ ਆ, ਕਹਿੰਦੇ ਆ ਠੰਡੀ ਹਵਾ ਹੈ। ਹਿਰਦਾ ਠੰਡਾ ਸੀ ਗੁਰੂ ਨਾਨਕ ਦਾ। ਆਵਾਜ਼ ਮਰਾਸਣ ਦੇ ਕੰਨਾਂ 'ਚ ਪਈ ਮਰਦਾਨੇ ਦੀ ਮਾਂ ਦੇ, ਤੇ ਹਿਰਦਾ ਠੰਡਾ ਜਾ ਹੋ ਗਿਆ। ਐ ਪੁੱਤਰ ਨਾਨਕ ਸੁਰ ਬਦਲ ਗਈ ਜਦੇ। ਪੁੱਤਰ ਨਾਨਕ ਇੰਨੀ ਦੇਰ ਤੱਕ ਕਿਉਂ ਤੁਸੀਂ ਖੇਡਦੇ ਰਹਿੰਦੇ ਹੋ? ਕਿੱਥੇ ਆ ਸਾਡੇ ਵਾਲਾ ਕਿੱਧਰ ਆ? ਕਹਿੰਦੇ ਅੱਗੇ ਤਾਂ ਆਓ ਤੁਸੀਂ। ਆ ਗਈ। ਇਹ ਉਹ ਹਨੇਰਾ ਸੀ, ਮਰਦਾਨਾ ਤਾਂ ਦਿਖਿਆ ਨਹੀਂ। ਕਹਿੰਦੀ ਮਰਦਾਨਾ ਕਿੱਥੇ ਆ? ਮਰਦਾਨਾ ਨਹੀਂ ਸੀ ਨਾ। ਮਹਾਰਾਜ ਕਹਿੰਦੇ ਮੇਰੇ ਮਿੱਤਰ ਨੂੰ ਗਾਲ ਕਿਉਂ ਕੱਢੀ ਜਾਂਦਾ? ਮਰਦਾਨੇ ਦੀ ਮਾਂ ਕਹਿੰਦੀ ਪੁੱਤਰ ਮੈਂ ਕਦੋਂ ਗਾਲ ਕੱਢੀ ਆ? ਕਹਿੰਦੀ ਹੁਣੇ ਕੱਢੀ ਆ ਤੈਂ। ਆਖੇ ਕੀ? ਕਹਿੰਦੇ ਕਿਹਾ ਨਹੀਂ ਬੇ ਮਰ ਜਾਣਿਆ, ਬੇ ਮਰ ਜਾਣੇ। 2-3 ਹੱਕਾਂ ਮਾਰੀਆਂ ਤੈਂ ਗਾਲ ਕੱਢ ਕੇ। ਉਹ ਕਹਿੰਦੀ ਪੁੱਤਰ ਗਾਲ ਨਹੀਂ, ਇਹਦਾ ਨਾਂ ਹੀ ਇਹੀ ਹੈ। ਕਹਿੰਦੇ ਵਾਹ ਮਾਤਾ ਵਾਹ, ਲੋਕ ਜਿਉਣ ਜੋਗਾ ਨਾਂ ਰੱਖਦੇ, ਤੂੰ ਮਰਨ ਜੋਗਾ ਨਾਂ ਰੱਖ ਲਿਆ। ਇਹ ਕਿੱਧਰ ਦੇ ਕਿੱਥੋਂ ਕਢਾ ਕੇ ਲਿਆਂਦਾ ਤੈਂ ਨਾਂ? ਕਿਹੜੇ ਪਦ ਨੇ ਦੱਸਤਾ ਤੈਨੂੰ? ਕਿਹੜੇ ਕਾਜੀ ਨੇ ਦੱਸਤਾ ਵੀ ਮਰ ਜਾਣਾ ਨਾਂ ਰੱਖੋ? ਐਡਾ ਵੱਧ ਸਕਨੀ ਆਣਾ ਨਾ ਕਿਉਂ? ਰੋਣ ਲੱਗੀ। ਮਾਤਾ ਜੀ ਰੋਂਦੇ ਕਿਉਂ? ਕਹਿੰਦੀ ਭਾਗਸ਼ੀਲ ਬਾਲਕ, ਮੇਰੀ ਕੁੱਖ ਤੋਂ ਜਿੰਨੇ ਜੰਮੇ, ਕਿਸੇ ਦਾ ਨਾਂ ਰੱਖਿਆ ਸੀ ਅੱਲਾ ਰੱਖਾ, ਕਿਸੇ ਦਾ ਨਾਂ ਰੱਖਿਆ ਸੀ ਖੁਦਾ ਬਖਸ਼, ਮੁਸਲਮਾਨ ਸੀ ਨਾ ਇਹ। ਕਿਸੇ ਨਾਂ ਰੱਖਿਆ ਸੀ ਰਹੀਮ ਬਖਸ਼। ਸਾਰੇ ਕਬਰਾਂ 'ਚ ਪਏ ਐ, ਕੋਈ ਨਹੀਂ ਜਿਉਂਦਾ ਰਿਹਾ। ਇਹਨੇ ਵੀ ਮਰ ਜਾਣਾ। ਐਡੀ ਕੁ ਉਮਰ ਦਾ ਹੋ ਕੇ ਮਰ ਜਾਂਦੇ ਨੇ। ਮੈਂ ਤੇ ਮੇਰੇ ਖਾਬੰਦ ਨੇ, ਅਸੀਂ ਦੋਨਾਂ ਨੇ ਮਾਲਕ ਜੀ ਨੇ ਸਲਾਹ ਕਰ ਲਈ ਵੀ ਮਰੇ ਤੋਂ ਬਾਅਦ ਦੁੱਖ ਦਾ ਬਥੇਰੇ ਚੰਗੇ ਚੰਗੇ ਨਾਂ ਰੱਖ ਲਏ, ਇਹਦਾ ਨਾਂ ਹੀ ਮਰ ਜਾਣਾ ਰੱਖ ਦੋ। ਰੋਜ਼ ਯਾਦ ਕਰਿਆ ਕਰਾਂਗੇ ਵੀ ਇੱਕ ਦਿਨ ਮਰ ਜਾਣਾ ਇਹਨੇ, ਤਕਲੀਫ ਘੱਟ ਹੋਊਗੀ। ਮਾਰੇ ਕਹਿੰਦੇ ਅੱਛਾ ਇਹ ਨਾਂ ਹੈ ਤੇ ਇਹਦੇ ਵਿੱਚ। ਉਹ ਇੱਧਰ ਆ ਵੀ ਸਾਹਮਣੇ ਮਰਦਾਨੇ ਨੂੰ ਫੜ ਕੇ ਬਾਂਹ ਤੇ ਇੱਧਰ ਲਿਆ। ਕਹਿੰਦਾ ਹੁਣ ਨਹੀਂ ਕੁੱਟਦੀ ਮਾਂ ਤੇਰੀ, ਠੰਡੀ ਕਰਤੀ ਜਮੇ। ਉਹ ਵੀ ਖੜ ਗਿਆ। ਮਹਾਰਾਜ ਕਹਿਣ ਲੱਗੇ ਅੱਛਾ ਇਹ ਮਾਮਲਾ ਹੈ। ਮਹਾਰਾਜ ਜੀ ਕਹਿਣ ਲੱਗੇ ਜੇ ਤੇਰਾ ਪੁੱਤਰ ਜਿਉਂਦਾ ਰਹਿ ਜਾਵੇ, ਕਹਿੰਦੀ ਪੁੱਤਰ ਨਾਨਕ ਤੇਰੀ ਜ਼ਬਾਨ ਵਖਤਾਵਰ ਹੋਵੇ, ਖੁਦਾ ਤੇਰਾ ਭਲਾ ਕਰੇ, ਜੇ ਮੇਰਾ ਪੁੱਤ ਜਿਉਂਦਾ ਰਹਿ ਜਾਵੇ ਮੇਰਾ ਸੰਸਾਰ ਵਸ ਜਾਊ। ਕਹਿੰਦੇ ਮਾਤਾ ਫਿਰ ਇਉਂ ਦੱਸ ਮੇਰੇ ਮਿੱਤਰ ਦੇ ਕੇਸ ਕਿਉਂ ਕਟਾਏ ਆ ਤੈਂ? ਆ ਦੇਖ ਇਹਦੇ ਸਿਰ ਤੇ ਕੇਸ ਨਹੀਂ ਹੈ, ਮੇਰੇ ਸਿਰ ਤੇ ਦੇਖ। ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਸਿਰ ਤੇ ਕੇਸ ਨਹੀਂ। ਜਵਾਬ ਆਵੇ ਨਾ ਕੋਈ। ਕਹਿਣ ਲੱਗੀ ਪੁੱਤਰ ਸਾਡੇ ਮਰਾਸੀਆਂ ਦੇ ਤਾਂ ਜਨਮ ਤੋਂ ਹੀ ਮੰਨ ਦਿੰਦੇ ਆ, ਹਿੰਦੂ ਘਰਾਣੇ ਦੇ ਵਿੱਚ ਵੀ ਹੈ, ਮੁੰਡਣ ਦਾ ਰਿਵਾਜ ਹੈ, ਸਾਡੇ ਵੀ ਹੈਗਾ। ਤੇ ਇਹ ਤੂੰ ਕਿਹੋ ਜਿਹੀਆਂ ਗੱਲਾਂ ਕਰਦਾ? ਕਹਿੰਦਾ ਖੁਦਾ ਦੇ ਦਰ ਦੇ ਉੱਤੇ ਗੁਰੂ ਨਾਨਕ ਸਾਹਿਬ ਕਹਿੰਦੇ ਕੇਸ ਕੱਟੇ ਪ੍ਰਵਾਨ ਨਹੀਂ ਹੈ। ਕੁਰਾਨ ਦੇ ਅੰਦਰ ਲਿਖਿਆ ਹੈ ਜੇ ਮੱਕੇ ਦਾ ਹੱਜ ਮਨਜ਼ੂਰ ਕਰਾਉਣਾ ਹੈ ਤਾਂ ਸਾਬਤ ਸੂਰਤ ਹੋ ਕੇ ਆਉਣਾ। ਪੜ੍ਹੋ ਕੁਰਾਨ। ਕੁਰਾਨ ਦੇ ਵੀ ਕਿਸੇ ਮੁਸਲਮਾਨ ਨੂੰ ਕੇਸ ਕੱਟਣ ਦੀ ਆਗਿਆ ਨਹੀਂ ਹੈ। ਚਾਰੇ ਵੇਦਾਂ ਦੇ ਸੂਤਰ ਸੰਸਕ੍ਰਿਤ ਦੇ ਮੈਂ ਨੋਟ ਕਰਕੇ ਰੱਖੇ, ਨੋਟੀਸ਼ਨ ਦੇ ਵਿੱਚ ਨੋਟ ਕਰਕੇ ਰੱਖਿਆ। ਚਾਰੇ ਵੇਦਾਂ ਕਿਸੇ ਵੀ ਹਿੰਦੂ ਨੂੰ ਕੇਸ ਕਟਾਉਣ ਦੀ ਆਗਿਆ ਨਹੀਂ ਹੈ। ਔਰ ਰੱਬ ਪਰਮੇਸ਼ਰ ਨੇ ਜਦੋਂ ਸੰਸਾਰ ਸਾਜਿਆ, ਸੰਸਾਰ ਦੇ ਸਾਜਣ ਵਾਲੇ ਨੇ ਮਨੁੱਖ ਨੂੰ ਉਹ ਸ਼ਕਲ ਦਿੱਤੀ ਜਿਹੀ ਜੀ ਰੱਬ ਨੂੰ ਆਪਣੀ ਸ਼ਕਲ ਆਪ ਪਿਆਰੀ ਸੀ ਸਰਗੁਣ ਸਰੂਪ ਦੀ। ਗੁਰਬਾਣੀ 'ਚ ਪੜ੍ਹੋ, ਲਿਖਿਆ ਤੇਰੇ ਬੰਕੇ ਲੋਇਨ ਦੰਤ ਰੀਸ਼ਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਰੱਬ ਨੇ ਕਿਹਾ ਮੈਂ ਮਨੁੱਖ ਨੂੰ ਲੰਬੇ ਵਾਲਾਂ ਵਾਲਾ ਆਪਣੀ ਸ਼ਕਲ ਵਰਗਾ ਸਾਜਿਆ ਹੈ। ਜਿਹੜਾ ਮਨੁੱਖ ਕੇਸ ਕੱਟਦਾ ਹੈ ਮੇਰੀ ਆਗਿਆ ਦਾ ਭੰਗ ਕਰਨ ਦੇ ਦੋਸ਼ ਦੇ ਵਿੱਚ, ਮੈਂ ਉਹਨੂੰ ਆਪਣੇ ਦਰ ਤੇ ਸਜ਼ਾ ਦਿਆਂਗਾ। ਮਹਾਰਾਜ ਕਹਿੰਦੇ ਸਿੱਖ ਹੋਣ ਦੇ ਨਾਤੇ ਕੇਸਾਂ ਦੀ ਬਾਤ ਨਹੀਂ, ਇੱਕ ਇਨਸਾਨ ਹੋਣ ਦੇ ਨਾਤੇ ਕੋਈ ਵੀ ਕੇਸ ਨਹੀਂ ਕੱਟ ਸਕਦਾ।
किसी थां तो भी कोई केस नहीं कट सकता। ये रब्बी हुक्म है। केस चमत्कार एक पुस्तक है, अखां खुल जांदियां न पढ़ के। मैं केसां दे संबंध किते बच्चों नाल फिर गल कर लूँ, ये तो मरदाने की गल सुभाविक गल चली है। इस करके साडे जिन्ने पुराने ऋषि मुनि, आ तुसी रामलीला देखी होगी न्याणे हो, न्याणे हुंदे ने, मैं भी देखी है। रामलीला वाले नकली नकली करते हैं सारा कुछ ये काम। वो जिन्होंने रामचंद्र बनाते होंदा तां सिर मूँह मन्निया होंदा उहदा, पर नकली नकली केस उहदे भी लाने पैंदे ने। सीता दे भी लंबी सारी गुत्त बनाउणी पैंदी है, जूड़ा करना ही पैंदा है। क्यों? वशिष्ठ मुनि का रोल अदा करने वाला होंदा घोन मौन है। देखो कि डी दाढ़ी होंदी है ते जड़ावां सिर ते होंदियां न, क्योंकि रामचंद्र जी के गुरदेव भी केसाधारी सी। कोई ऋषि मुनि ऐसा नहीं है। एक गल मैं इत्थे कह के गल अपनी समाप्त करदा। कुछ सेहत विज्ञान ने यह गल साबित की है कि साडे दिमाग के जिहड़े सैल न उन्हां दी गिणती जिहड़ी है, उन्हां दी गिणती 7 करोड़ है। और जिहड़े साडे जिस्म दे रोम न इन्हां दी गिणती 3.5 करोड़ है। जिथे भी रब ने केस पैदा किया, बाल हर एक दिमाग के सैल ने जिहड़े उहदे नाल ये ज्वाइंट किए हुए ने अपने हिसाब नाल। जदों मशीनरी बनाई है, जदों एक रोम कट दिता, तुसी दिमाग के 2 सैल डैड कर दिते जिहड़े कदे जीवित नहीं होणगे। जे केस रख लोगे जिउंदे हो जाणगे, नहीं तो मर गए हो। जिन्ने केस कटोगे उन्ने दिमाग का सत्यानाश करते जाओगे। केसां दा संबंध तुसीं एक गल कदे सोची है भी केस जिहड़े ने जिथे तक प्रकृति ने वधाउणे ने उत्थे तक वध गए। उस तो बाद चाहे वधिया तो वधिया तेल लाई जाओ, केस नहीं वधदे। जिन्ने वधाउणे सी वधा दिते, उस तो बाद रुक जाते, सिर दे भी दाड़े दे भी। अंदर साडे एक ऐसी एनर्जी है ते जिहड़ी केसां नूं वधाउण ते ही बेस्ट हो रही है। जिस वेले जिन्ने वधाउणे केस वध गए, वधण तो बाद वो एनर्जी जिहड़ी है उहदा स्टाक उहदा अंदर जमा हो जाती है। जिस वेले उम्र लम्मी जाती है, जिस वेले यादाश्त भुल्लण लग गई, बुढ़ापे च बहुत सारे कमज़ोरी शरीर दे विच पैंदियां, क्योंकि मेदा कमज़ोर हो जाता है, दिमाग कमज़ोर होंदा है, दिमाग घस गया, दिल घस गया। उस वेले वो एनर्जी जिहड़ी रिजर्व पई है ਉਹਦਾ कनैक्शन ਐਟੋਮੈਟਿਕ दूजे पासे जुड़ जाता है तो बुढ़ापे ਵਿੱਚ ਕੰਮ ਆਉਂਦੀ है। ਜਿਹੜੇ मरण तक केस कटते रहते हैं तो उन्हों की भाई ये बड़ा घाटा पै जाता है। सेहत विज्ञान ये गल कहता है। ਜਿਹੜੇ लोग कहते लो जी 9 कट ले ਜਿਹੇ जे केस कट ले, कौन कहता भी 9 के बराबर किवें तुलना कर दोगे। ये टैसट किया गया है कि केस सिरे तक जिउंदा है तो 9 2 हालतों में है। जिथे जिउंदा है उत्थे माड़ी जी तुसीं इहनूं अगे बलेट लाओगे, तुसीं पीड़ होगी तुहानूं। जिथे मर गया उन्होंने कटना ही, मरदियां जिहड़ा मर गया उन्होंने घरे थोड़ी रखी दा, मड़ियां चली जाईदा उन्होंने। केस मरदे नहीं, केस जो मरदे आ टुट जाते हैं जिसम नालों, उन्होंने भी कंघा करके बाहर कढ़ देंगे। बच्चों गुरु नानक दा गुरपुरब मनाया सफला हो जाऊगा। जिहड़े तुसीं केस कटदे हो, केस कट्टण ते हट जाओ। असीं तां जदों संकल्प लिया सी ना, असीं तुहानूं तंग नहीं कीता। हालांकि संकल्प ये लै लिया सी भी बड़ू साहब वालिਆਂ वांगू असीं बच्चा वो लैना जिहड़ा केस रखूगा। अध्यापकों के उत्ते ये नहीं असीं थोपांगे गल, कोई हिंदू धर्म च है, कोई इस्लाम चो आवे, पर जिहड़े सिख धर्म दी बीबियां भी वो तैयार पर तैयार रहन। पर साडे उस वेले दे हालात, तुसीं शुक्र करो भी अकैडमी जिहड़ी है इहदा दीवा बुझिया नहीं तो हनेरियां इहो जिहियां चलियां सी, कदे पुरे दी कदे पच्छों दी, ये दीवा गुल करन लगियां सी हनेरियां। पर कलगीधर महाराज ने जोत जिहड़ी सी जगदी रखनी सी, वो हालातां दे विच वो डिसिपलिन नहीं बन सकिया। जिहड़ा बड़ू साहब वालियां ने कहता सी असीं चैक करांगे आके, उस तरह का पहरावा करो, उस तरह का बच्चों के उत्ते, जिवें साडे कहंदे हिंदू घराणे दे भी होण बच्चे वो भी केस रखदे। जे असीं तुहानूं इन्नी क ढिल देती, तुसीं हुण ज़्यादा तंग ना करो सानूं। अज गुरपुरब है तो भावें 1 2 4 जिन्ने बच्चे खड़े होकर कहण भी अज गुरपुरब मनाया। गुरु नानक की गल जिहड़ी मरदाने दे प्रथाएं हैं,
तो वो बच्चा कोई ना कोई उठ के कहे भी मैं अज तो केस रख ले। कोई बच्चा हौसला करे तुहाडे विच जिहड़ा केस कटदा वो कहे उठ के भी मैं अज तो बाद केस नहीं कटदा, जां तुहाडे नेड़े कोई टीचर है उहनूं दस दे। अजे बच्चों के अकल च नहीं आई मेरा ख्याल गल। चलो बात कोई नहीं। एक जहाज़ दे विच भाई मिलिया सी, सुन लो गल। वो साडे एक सिख भाई नूं कहंदा सरदार जी, सारे गोरे सी जहाज़ सारे, कहंदा सरदार जी भी की गल है, दाड़ी क्यों वधाई है एडी एडी? गोरा इंग्लिश बोल के कहंदा। वो इंग्लिश के जवाब ते कहंदा हद हो गई, मैं तेरी अकल तो हैरान हाँ भी जिहदी उंगल वड्डी होवे उहनूं तां पुछी भी तेरी दाड़ी क्यों है? ये तो रब्बी दात है, केसां दे नाल साडा संबंध है। इस करके कहा जाता सिक्खी केसां स्वासां संग निभाउणी। गुरु कृपा करे। समा तो काफ़ी हो गया है तो मैं अपने आप लिए कई बार मुसीबत छेड़ लेना। समा इन्होंने दता सी भी मैं थोड़ा टाइम ही रुकूँ तुहाडे कोल, पर बच्चों तुहाडे एकाग्रता बनी हुई सी ते तुसीं भावें एक दो बच्चा भी खड़ा हो के तुसीं ये तां नहीं करिया भी तुसीं इहदा मतलब गुरु नानक घट प्यारा जिहड़े केस कटदे हो, जिहड़े भाई केस रखे न बच्चों, गुरु नानक दियां तुहाडे ते खुशियां रहणगियां। इन्हां बच्चों के उत्ते भी महाराज इन्हां जदों समत बख्शेगा ये भी खुशियां दे पात्र बनणगे। मरदाने की साखी जिहड़ी आ साबित करदी है गुरु नानक नूं केसां नाल किन्ना प्यार सी। सारी जिंदगी मरदाने ने फिर केस उस तरह रखे, अपने खानदान दे रखाए। अगला प्रोग्राम जिहड़ा मैनेजर साहब दस देना आप जी नूं, ਇੱਥੇ ਹੁਣ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।